Okay. Yeah, fine. I think it's visible, ma'am. Yes, Very it is. nice, बहुत अच्छा. Very nice, sir. It is visible. Fine, ma'am. ठीक है, sir. फिर अपन I'll. I'm stopping. जसप्रीत, ਅਸੀਂ ਸਰਕਾਰੀ ਕਾਲਜ ਲੜਕੀਆਂ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਸਾਡੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਜੀ ਦੇ ਪਿਤਾ ਜੀ ਸ਼੍ਰੀ ਸੋਨ ਲਾਲ ਜੀ ਦੇ ਅਕਾਲ ਚਲਾਣਾ ਕਰਨ ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਔਰ ਇਸ ਗਹਿਰੇ ਦੁੱਖ ਦੇ ਨਾਲ ਹੀ ਮੈਂ ਆਪ ਸਭ ਨੂੰ ਆਪਣੇ ਵੱਲੋਂ ਤੇ ਆਪਣੇ GCG ਪਰਿਵਾਰ ਵੱਲੋਂ ਰੱਬ ਅੱਗੇ ਇਹੀ ਅਰਦਾਸ ਕਰਨ ਲਈ ਆਖਦੀ ਹਾਂ ਕਿ ਪਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਉਸ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਤੇ ਹੁਣ ਮੈਂ ਸਾਡੇ IQAC ਦੇ ਜੋ ਮੈਡਮ ਜਸਪ੍ਰੀਤ ਨੇ ਔਰ ਡਾਕਟਰ ਪ੍ਰੀਤਮ ਜੀ ਨੇ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਨੈਕਸਟ ਜੋ ਵੀ ਕਾਰਵਾਈ ਹੈ ਉਹ ਆਪਣੀ ਸ਼ੁਰੂ ਕਰਨ। ਥੈਂਕ ਯੂ ਡਾਕਟਰ ਜਸਪ੍ਰੀਤ ਜੀ। Thank you very much, Dr. Sharanjit Parmar ji. As it is said, the show must go on. So, with this note, let us think and imagine that what will happen if the life stops. Life has to move on. So, let's understand and let's believe that learning must go on. So, it's time to think like a learner, to feel like a learner, to behave like a learner, so that we can be good facilitators. On this note, I welcome all the dignified faculty members of this esteemed institution. I welcome Dr. Paramjit Singh Garewal ji, DDO, GCG College. And in this workshop, we shall be focusing on designing effective lessons and understanding the pedagogy. So it's in fact a thing which is a step ahead of what we learned in the last workshop. So for that, I wish to call upon Dr. Preetham for introducing this subject to all of us. Dr. Preetham. Please unmute yourself. Preetham? Yes. Yes. Thank you very much. हाँ जी. Can you hear my voice? We can hear you. Please go on. हाँ जी, वेट करो एक सेकंड, एक मिनट अनम्यूट कर लो प्लीज, एक सेकंड। Preetham, you are unmuted. Don't mute yourself. You are unmuted. No, again you have muted yourself. I am not Yes, hearing anything. yes, I can hear you. Okay, okay. और गच्छा सर नो भी प्लीज अनम्यूट कर दो. हाँ जी, I'll बिल्कुल. नहीं सर दा मैसेज आया है. Yes. It's fine, ma'am. It's fine now. Okay, okay. My respected colleagues and most respectful are today's guest resource person, Dr. Pargar Singh Garcha ji. Sir,
ਸਾਰਿਆਂ ਨੂੰ ਮੈਂ ਵਿਦਾਊਟ ਐਡੂ ਐਨੀ ਹੋਏ ਕਿਉਂਕਿ ਅੱਗੇ ਹੀ ਆਪਾਂ ਲੇਟ ਹੋ ਗਏ ਹਾਂ, ਪਰ ਇਹਦੇ ਵਾਸਤੇ ਮੈਂ ਜ਼ਰੂਰ ਸੌਰੀ ਕਹਿਣਾ ਚਾਹਾਂਗੀ ਕਿਉਂਕਿ ਲਾਸਟ ਟਾਈਮ ਅਸੀਂ ਬਿਲਕੁਲ ਮਿੰਟ ਟੂ ਮਿੰਟ, ਸੈਕਿੰਡ ਟੂ ਸੈਕਿੰਡ ਚੱਲੇ ਸੀ, ਬਿਕੋਜ਼ ਉਸ ਟਾਈਮ ਤੇ ਸਾਡੇ ਨਾਲ ਹਾਰਡ ਕੋਰ ਇੱਕ ਟੈਕਨੀਕਲ ਪਰਸਨ ਸੀ, so who was doing all the things, he was guiding us all the way, but ਕਦੇ ਨਾ ਕਦੇ ਤਾਂ ਸਾਨੂੰ ਉਂਗਲੀ ਛੱਡਣੀ ਪਏਗੀ ਨਾ, ਤੇ ਇਸ ਲਈ ਅਸੀਂ ਸੋਚਿਆ ਕਿ ਅਸੀਂ ਆਪਣੇ ਘਰ ਦੇ ਵਿੱਚ ਹੀ ਬੈਠੇ ਹਾਂ ਤੇ ਇੱਥੇ ਹੀ ਅਸੀਂ ਇਹ ਕੋਸ਼ਿਸ਼ ਕਰਕੇ ਫਿਰ ਅਸੀਂ ਇਹਨੂੰ ਅੱਗੋਂ ਏਰੀਆ 'ਚ ਲੈ ਕੇ ਜਾਣਾ ਚਾਹੁੰਦੇ ਹਾਂ, ਹੋਰ ਵੀ ਆਪਣੇ ਨਾਲ ਇਸ ਕਾਲਜ ਤੋਂ ਇਲਾਵਾ ਦੂਸਰੇ ਕਾਲਜਸ ਦੇ ਵਿੱਚ ਜੋੜਨਾ ਚਾਹੁੰਦੇ ਹਾਂ, ਤੇ ਅਸੀਂ ਅੱਜ ਇਹ ਪਹਿਲਾ ਇੱਕ ਦੂਸਰਾ ਕਦਮ ਹੋ ਚੁੱਕਿਆ ਹੈ 6 ਤਰੀਕ ਤੋਂ ਬਾਅਦ ਕਿ ਇਸ ਚੀਜ਼ ਨੂੰ ਅਸੀਂ ਆਪ ਸਿੱਖ ਕੇ ਅੱਗੇ ਵਧਣਾ ਚਾਹ ਰਹੇ ਹਾਂ। ਜਿਵੇਂ ਕਿ ਜਸਪ੍ਰੀਤ ਮੈਮ ਨੇ ਬੋਲਿਆ ਵੀ ਹਮੇਸ਼ਾ ਸਾਨੂੰ ਲਰਨਰ ਹੀ ਰਹਿਣਾ ਪਏਗਾ ਹੀ, ਔਰ ਅੱਜ ਦੇ ਹਾਲਾਤ ਨੇ ਤਾਂ ਇਹ ਸਾਨੂੰ ਇਸ ਦੇ ਵਾਸਤੇ ਅਲਰਟ ਕਰ ਦਿੱਤਾ ਹੈ, ਔਰ ਇਹ ਅਸੀਂ ਕਹਿ ਸਕਦੇ ਹਾਂ ਕਿ ਹੁਣ ਇਸ ਟਾਈਮ ਤੇ ਇੱਕ ਟਾਈਮ ਹੁੰਦਾ ਸੀ ਟ੍ਰੈਡੀਸ਼ਨਲ ਟੀਚਿੰਗ ਦਾ, ਜਿਹਦੇ ਵਿੱਚ ਟੀਚਰ ਆਇਆ, ਆਪਣਾ ਰੋਲ ਅਦਾ ਕੀਤਾ, ਪੜ੍ਹਾ ਕੇ ਚਲਾ ਗਿਆ। ਹੌਲੀ ਹੌਲੀ ਅਸੀਂ ਯੂ ਨੋ 10-12 ਸਾਲ ਇਸ ਲੈਵਲ ਤੇ ਆਏ ਕਿ ਅਸੀਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨਸ ਦੇ ਥਰੂ ਟੀਚਰਸ ਵੀ ਐਸ ਵੈਲ ਐਸ ਜਿਹੜੇ ਸਟੂਡੈਂਟਸ ਹੈ ਉਹ ਆਪਣਾ ਨੌਲੇਜ ਇੰਪਾਰਟ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਟੀਚਿੰਗ ਲਰਨਿੰਗ ਪ੍ਰੋਸੈਸ ਟਾਈਮ ਹੁੰਦਾ ਸੀ ਟ੍ਰੈਡੀਸ਼ਨਲ ਟੀਚਿੰਗ ਦਾ, ਜਿਹਦੇ ਵਿੱਚ ਟੀਚਰ ਆਇਆ, ਆਪਣਾ ਰੋਲ ਅਦਾ ਕੀਤਾ, ਪੜ੍ਹਾ ਕੇ ਚਲਾ। ਇਹ ਆਵਾਜ਼ ਮੇਰੀ ਇਕੋ ਕਰ ਰਹੀ ਹੈ ਨਾਲ ਦੀ ਨਾਲ, ਇਹ ਨਹੀਂ ਸਮਝ ਆ ਰਹੀ ਜਸਪ੍ਰੀਤ ਨੇ। It is probably we have started live on YouTube. Let me ask. ਟੀਚਰਸ ਵੀ ਐਸ ਵੈਲ ਐਸ ਜਿਹੜੇ ਸਟੂਡੈਂਟਸ ਹੈ ਉਹ ਆਪਣਾ ਨੌਲੇਜ ਇੰਪਾਰਟ ਕਰਨੀ ਉਹਨਾਂ ਨੇ ਕਰਦੇ ਹਨ। ਟੀਚਿੰਗ ਲਰਨਿੰਗ ਪ੍ਰੋਸੈਸ ਟਾਈਮ ਹੁੰਦਾ ਸੀ ਟ੍ਰੈਡੀਸ਼ਨਲ ਟੀਚਿੰਗ ਦਾ, ਇਹ ਡਿਸਟਰਬੈਂਸ ਦੇ ਰਿਹਾ ਆਪਾਂ ਨੂੰ। ਆਇਆ, ਆਪਣਾ ਰੋਲ ਅਦਾ ਕੀਤਾ, ਪੜ੍ਹਾ ਕੇ ਚਲਾ। ਇਹ ਆਵਾਜ਼ ਮੇਰੀ ਇਕੋ ਕਰ ਰਹੀ ਹੈ ਨਾਲ ਦੀ ਨਾਲ, ਇਹ ਨਹੀਂ ਸਮਝ ਆ ਰਹੀ। Probably we have started live on YouTube. Can I add one thing, ma'am? ठीक। Dr. Jasprit ma'am, can I add one thing? Okay, मतलब मेरे पे करके हो रहा है। डिस्टर्बेंस दे रहे हैं। मैं अपनी YouTube बंद कर दूं, मैं अपनी आवाज मेरी इको कर रही है नाल दी नाल, ये नहीं समझ आ रही। Probably we have started live on YouTube. Can I add one thing, ma'am? हाँ गर्चा सर ਤੁਸੀਂ ਕੁਝ ਕਹਿ ਰਹੇ ਸੀ। ਹਾਂਜੀ, ਸੌਰੀ ਟੂ ਡਿਸਟਰਬ। ਆਈ ਥਿੰਕ ਜਸਪ੍ਰੀਤ ਮੈਮ ਨੇ YouTube ਲਾਈਵ ਕੀਤਾ ਸੀ ਤੇ ਉਹਨਾਂ ਦਾ YouTube ਲਾਈਵ ਉਹਨਾਂ ਦੇ PC ਤੋਂ ਚੱਲ ਰਿਹਾ ਸੀ। ਦੈਟ ਵਾਸ ਦਾ ਰੀਜ਼ਨ ਕਿ YouTube ਤੇ ਜਦੋਂ ਵੀ ਤੁਸੀਂ Zoom ਤੋਂ ਜਾਓਗੇ ਦੈਟ ਇਜ਼ ਅ ਡਿਲੇਡ ਰਿਸਪੌਂਸ, ਉਹ ਥੋੜਾ ਡਿਲੇ ਚੱਲੇਗਾ, ਉਹ ਤੁਹਾਡਾ ਪਿੱਛੇ ਬੈਕਗ੍ਰਾਉਂਡ ਤੇ ਚੱਲਣ ਲੱਗ ਗਿਆ ਸੀ। ਸੋ ਕਾਈਂਡਲੀ ਤੁਸੀਂ ਜੇ ਉਹਨੂੰ YouTube ਬੰਦ ਕਰ ਦੋਗੇ ਦੈਨ ਇਟ ਵਿਲ ਬੀ ਈਜ਼ੀ। ਤੁਸੀਂ YouTube ਲਾਈਵ ਕਰ ਸਕਦੇ ਹੋ ਲੇਕਿਨ ਇੱਥੇ ਤੁਸੀਂ ਉਹਨੂੰ ਬੰਦ ਕਰ ਦਿਓ। हाँ सर, मैं वो कितना है हुन लगता है सॉल्व हो गई है प्रॉब्लम। हाँ, बिकॉज़ solve हो गई। यस होगी मैम। वो ऑन करना थी ना, दैट इज व्हाई इट वाज। हाँ यस यस। हाँ देखिए सारी चीजें ਅਸੀਂ ਨਵੀਆਂ ਸਿੱਖ ਰਹੇ ਹਾਂ, एक्साइटमेंट भी है। तो ਜਿਵੇਂ ਮੈਂ ਕਹਿ ਰਹੀ ਸੀ ਕਿ ਪਾਵਰ ਪੁਆਇੰਟ ਪ੍ਰੈਜੈਂਟੇਸ਼ਨਸ ਤੋਂ ਸ਼ੁਰੂ ਕਰਦੇ ਅਸੀਂ ਸਮਾਰਟ ਬੋਰਡਸ ਨੂੰ ਯੂਜ਼ ਕਰਨਾ ਸ਼ੁਰੂ ਕੀਤਾ, ਔਰ ਹੁਣ ਇੱਕ ਕਦਮ ਹੈ ਜਿਹੜੇ ਪੈਂਡੈਮਿਕ ਕੰਡੀਸ਼ਨਸ ਦੇ ਵਿੱਚ ਆਏ ਆ ਤੇ ਸਾਨੂੰ ਹੋਰ ਅੱਗੇ ਵਧਣ ਦਾ ਵੀ ਇਹ ਮੌਕਾ ਮਿਲਿਆ ਹੈ। ਤੇ ਅਸੀਂ ਪਹਿਲੀ ਜਿਹੜੀ ਕੀਤੀ ਸੀ LMS ਦੇ ਉੱਪਰ ਕੀਤੀ ਸੀ ਕਿ ਟੈਕਨੀਕਸ ਡਿਫਰੈਂਟ ਟੀਚਿੰਗ ਸਕਿੱਲਸ ਦਾ ਟੂਲਸ ਅਸੀਂ ਕਿਵੇਂ ਯੂਜ਼ ਕਰ ਸਕਦੇ ਹਾਂ। ਹੁਣ ਅਗਲਾ ਸਟੈਪ ਹੈ ਇਸ ਜੋ ਟੂਲਸ ਅਸੀਂ ਸਿੱਖੇ ਹੈ ਉਹਨੂੰ ਸਾਹਮਣੇ ਰੱਖਦੇ ਹੋਏ ਆਨਲਾਈਨ ਲੈਸਨਸ ਬਣਾਉਣ ਵਾਸਤੇ ਅਸੀਂ ਆਪਣੇ ਲੈਸਨਸ ਨੂੰ ਡਿਜ਼ਾਈਨ ਕਿਵੇਂ ਕਰਨਾ ਚਾਹੀਦਾ ਹੈ, ਕਿਉਂਕਿ ਇਸ ਟਾਈਮ ਤੇ ਹੁਣ ਟੀਚਰਸ ਦਾ ਰੋਲ ਸੇਜ ਔਨ ਦਾ ਸਟੇਜ ਨਹੀਂ ਰਿਹਾ ਹੈ, ਕੋਟ ਅਨਕੋਟ, और ये हो गया है, it has been shifted. We should be acting like a facilitator, mentor, guide. ਤੇ ਪਹਿਲਾਂ ਬੱਚੇ ਹੁੰਦੇ ਸੀ ਵੀ ਹਾਂਜੀ ਯੈਸ ਮੈਮ ਨੋ ਸਰ, ਲੇਕਿਨ ਹੁਣ ਉਹ ਯੈਸ ਮੈਮ ਨੋ ਸਰ ਦਾ ਜ਼ਮਾਨਾ ਖਤਮ ਹੋ ਗਿਆ ਹੈ। ਹੁਣ ਇਹ ਹੈ ਕਿ ਉਹਨਾਂ ਨੂੰ ਵੀ ਐਨਾਲਿਸਿਸ ਕਰਨ ਦਾ ਤਰੀਕਾ ਜੇ ਉਹਨਾਂ ਨੂੰ ਨਹੀਂ ਅਸੀਂ ਸਿਖਾਵਾਂਗੇ ਤੇ ਯੈਸ ਸਰ ਨੋ ਸਰ ਦੇ ਵਿੱਚ ਹੀ ਰਹਿ ਜਾਵਾਂਗੇ ਤੇ ਉਹ ਬੱਚੇ ਅੱਗੇ ਜਾ ਕੇ ਜਦੋਂ ਆਪਣੇ ਪ੍ਰੋਫੈਸ਼ਨਲ ਵਰਲਡ ਦੇ ਵਿੱਚ ਜਾਂਦੇ ਹਨ
ਉੱਥੇ ਜਾ ਕੇ ਉਹਨਾਂ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਉਹਨਾਂ ਨੂੰ ਅਸੀਂ ਐਨਾਲਿਸਿਸ ਤਾਂ ਸਿਖਾਇਆ ਹੀ ਨਹੀਂ ਹੁੰਦਾ, ਐਨਾਲਿਟੀਕਲ ਥਿੰਕਿੰਗ ਤਾਂ ਸਿਖਾਈ ਨਹੀਂ ਹੁੰਦੀ। ਹਾਂ, ਇੱਕ ਉੱਪਰੋਂ ਦੀ ਅਸੀਂ ਕਰਦੇ ਹਾਂ, ਕੁਝ ਅਸਾਈਨਮੈਂਟਸ ਦੇਤੀਆਂ ਹੈ ਨਾ, ਲੇਕਿਨ ਐਕਚੁਅਲੀ ਅਸਾਈਨਮੈਂਟ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਅਸੀਂ ਉਹਨੂੰ ਕਿਵੇਂ ਇਵੈਲੂਏਟ ਕਰਨਾ ਚਾਹੀਦਾ ਸਾਨੂੰ। ਅਸੀਂ ਜੇ ਆਪਣੇ ਕਈ ਸਿਲੇਬਸ ਦੇ ਵਿੱਚ ਹੈ ਕਿ ਪ੍ਰੋਜੈਕਟਸ ਬੱਚੇ ਕਰਕੇ ਆਉਂਦੇ ਹੈ ਜਾਂ ਕੋਈ ਇੰਟਰਨਸ਼ਿਪ ਕਰਕੇ ਆਉਂਦੇ ਹੈ, ਲੇਕਿਨ ਉਹ ਕਿਸ ਟਾਈਪ ਦੇ ਹੋਣੇ ਚਾਹੀਦੇ ਹਨ, ਕਿ ਆਈ ਵਾਸ਼ ਹੋਣਾ ਚਾਹੀਦਾ ਕਿ ਜਸਟ ਸਰਟੀਫਿਕੇਟ ਦਿਖਾ ਦਿੱਤਾ। ਤੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਇਸ ਟਾਈਮ ਤੇ ਲੈਸਨ ਪਲਾਨ ਕਰਕੇ ਇਹਨੂੰ ਅਸੀਂ ਆਨਲਾਈਨ ਟੀਚਿੰਗ ਦੇ ਵਿੱਚ ਕਨਵਰਟ ਕਰਨਾ ਹੈ। ਆਮ ਤੌਰ ਤੇ ਸਾਡਾ ਐਟੀਟਿਊਡ ਹੈ ਹਾਇਰ ਐਜੂਕੇਸ਼ਨ ਦੇ ਵਿੱਚ ਰਹਿੰਦਾ ਹੈ ਕਿ ਇਹ ਤਾਂ ਸਕੂਲਾਂ ਦਾ ਕੰਮ ਹੈ, ਜਦਕਿ ਪੈਡਾਗੋਜੀ ਸਕਿੱਲਸ ਤਾਂ ਸਕੂਲਾਂ ਦੇ ਵਿੱਚ ਅਸੀਂ ਚਾਰਟ, ਕਲਰਫੁਲ ਪੈਨਸਲਸ ਉੱਥੋਂ ਸ਼ੁਰੂ ਹੁੰਦੇ ਆ, ਇੱਥੇ ਆ ਕੇ ਅਸੀਂ ਡਿਫਰੈਂਟ ਹੋਰ ਟੂਲਸ ਦੇ ਉੱਪਰ ਪਹੁੰਚ ਜਾਂਦੇ ਹਾਂ ਜੋ ਕਿ ਆਪਾਂ ਸਿੱਖ ਚੁੱਕੇ ਹਾਂ। ਨਾਓ ਮਾਈ ਡੀਅਰ ਕੋਲੀਗਸ, ਇਟਸ ਅ ਹਾਈ ਟਾਈਮ ਨਾਓ ਕਿ ਹੁਣ ਅਸੀਂ ਇਸ ਚੀਜ਼ ਨੂੰ ਦੇ ਉੱਪਰ ਤੁਰੰਤ ਅਲਰਟ ਹੋ ਜਾਈਏ। ਵੀ ਹੈਵ ਟੂ ਡੂ ਦਿਸ। ਅਗਰ ਅਸੀਂ ਆਪਣੀ ਕੈਪੇਬਿਲਿਟੀ ਬਣਾ ਕੇ ਰੱਖਣੀ ਹੈ, ਔਰ ਸਾਡੀ ਹੁਣ ਐਗਜ਼ਿਸਟੈਂਸ ਵੀ ਇਹਦੇ ਨਾਲ ਹੀ ਹੈ, ਸਿਰਫ ਕਲਾਸਰੂਮ ਦੇ ਅੰਦਰ ਨਹੀਂ, ਹੁਣ ਤੁਸੀਂ ਓਪਨ ਟੂ ਪਬਲਿਕ ਆਏ ਹੋ ਗਏ ਹੋ, ਅਸੀਂ ਆਪਾਂ ਸਾਰੇ ਜਣੇ, ਤੇ ਸਾਡੀ ਇਹ ਐਕਸਪਰਟਿਜ਼ ਸਾਡੀਆਂ ਹੋਣੀਆਂ ਬਹੁਤ ਜ਼ਰੂਰੀ ਹੈ, ਔਰ ਇੱਕ ਤਰੀਕੇ ਦੇ ਨਾਲ ਇਹ ਸਟੂਡੈਂਟਸ ਵਾਸਤੇ ਬਹੁਤ ਫਰੂਟਫੁਲ ਰਹਿਣਗੀਆਂ। ਹੋਰ ਮੈਂ ਜ਼ਿਆਦਾ ਨਾ ਕਹਿੰਦੇ ਹੋਏ ਇਸ ਨੂੰ ਅੱਗੇ ਵਧਾਉਣ ਤੋਂ ਪਹਿਲਾਂ, ਸਰ ਨੂੰ ਇਨਵਾਈਟ ਕਰਨ ਤੋਂ ਪਹਿਲਾਂ ਮੈਂ ਜਸਪ੍ਰੀਤ ਮੈਮ ਨੂੰ ਰਿਕੁਐਸਟ ਕਰਾਂਗੀ ਕਿ ਸਭ ਦੇ ਸਾਹਮਣੇ ਗਰਚਾ ਸਰ ਜਿਹੜੇ ਸਾਡੇ ਰਿਸੋਰਸ ਪਰਸਨ ਅੱਜ ਹਨ ਉਹਨਾਂ ਨੂੰ ਇੰਟਰੋਡਿਊਸ ਕਰਨ। ਥੈਂਕ ਯੂ ਵੈਰੀ ਮਚ। ਓਵਰ ਟੂ ਜਸਪ੍ਰੀਤ ਮੈਮ। Thank you very much, Dr. Preeti ji. I will just take a moment. जी सर। ओके जसप्रीत मैम जी you hear me? वो ਉਹਨਾਂ ਦਾ ਮਿਊਟ ਹੋ ਗਿਆ ਫਿਰ ਤੋਂ ਗਰਚਾ ਸਰ ਦਾ। okay ਹਾਂ ਤੇ ਹਾਂ, just ਕਿਉਂਕਿ ਆਪਾਂ ਇੱਕ ਵਾਰੀ ਮਿਊਟ ਕਰਦੇ ਹਾਂ ਤੇ ਫਿਰ ਆਪ ਨਹੀਂ ਫਿਰ ਅਸੀਂ ਹੋ ਸਕਦੇ ਨਾ ਅਨਮਿਊਟ, मैं देख ਉਹ रही ਇਸੇ हूँ ਤੁਹਾਨੂੰ ਥੋੜਾ एक ਧਿਆਨ minute ਰੱਖਣਾ ਪੈਣਾ ਹੈ ਇਸ ਟਾਈਮ ਤੇ। just a moment ਅਗਲੀ ਵਾਰੀ ਆਪਾਂ yes I would like to take the privilege of, am I audible? यस Just a moment sir muted है क्या हुआ? एक मिनट की प्रॉब्लम क्या आ रही है? I wish to seek the privilege of welcoming Dr. Pargat Singh Garcha ji, who is working as principal in GHG Khalsa College of Education, Gurusar Sudhar. It's grant-in-aid PG college. This college was accredited by NAC with CGPA 3.30. This reputed college is also having a status of mentor college conferred by NAC. Dr. Pargat Singh Garcha ji has over 15 years of experience in teaching and research, and with a master degree in economics from Punjab University, Chandigarh, master degree in psychology from IGNOU, PGDCA from PTU, and doctorate in education from Punjab University, Chandigarh. He specializes in cooperative learning, educational technology, research methodology. He has, to his credit, 8 books and more than 45 publications in various journals on diverse areas in the field of education. He has attended, presented papers at over 40 conferences, seminars, workshops at national and international levels. He has delivered more than 50 invited talks. His name is also glorifying the editorial board and member of Reviewers Committee
for some reputed journals. He is also editor of research journal GHG Journal of Sixth Thought. He's working on minor research project funded by UGC. He has also developed massive open online course on cooperative learning under the project from UNESCO Chair, Open Education for Better World. The course is available free of cost on MOOCit, platform developed by IIT Kanpur. He had also been a consultant for curriculum framework for diploma course of APJ Satya University. He is working as secretary of Punjab and Chandigarh chapter for Council for Teacher Education. He also served as academic council member of Punjab University Chandigarh from 2018 to 2020. Now I welcome sir to deliver his informative webinar, and we wish to seek happy learning. Let me admit everyone and unmute. I think many of us, we are being muted. Just a moment. गर्चे सर फिर म्यूट हो गए. हाँ, पता नहीं यार, मैं तो सबनु कितना सर नु. Yes. Garcha sir, Yes, you are ma'am. on. It's fine now, ma'am. It's fine. Okay. Actually, Dr. Jasprit ji, I would like to make one request ਕਿ ਜਦੋਂ ਵੀ ਮੀਟਿੰਗ ਦੇ ਵਿੱਚੋਂ ਡਿਸਕਨੈਕਸ਼ਨ ਹੋਏਗਾ ਤਾਂ ਕਿਉਂਕਿ ਤੁਸੀਂ ਸਾਰਿਆਂ ਨੂੰ ਅਨਮਿਊਟ ਕੀਤਾ ਹੋਇਆ ਇਸ ਕਰਕੇ ਤੁਹਾਨੂੰ ਹੀ ਅਨਮਿਊਟ ਕਰਨਾ ਪਏਗਾ. ਤੁਸੀਂ ਜਸਟ ਸੀ ਦਾ ਸਕਰੀਨ, ਜਦੋਂ ਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਉੱਪਰ ਆਈਕਨ ਬਣਿਆ ਹੈ ਮਾਈਕ ਦਾ, ਹਾਂਜੀ ਰੈਡ ਲਾਈਨ ਲੱਗੀ ਹੈ, ਤੁਸੀਂ ਆਪਣੇ ਆਪ ਦੇਖ ਕੇ ਦੁਬਾਰਾ ਅਨਮਿਊਟ ਕਰ ਦਿਓ ਕਿਉਂਕਿ ਪਾਰਟਿਸਿਪੈਂਟ ਆਪਣੇ ਆਪ ਅਨਮਿਊਟ ਨਹੀਂ ਕਰ ਪਾਏਗਾ ਬਿਕੋਜ਼ ਯੂ ਆਰ. Yes sir. Yes ma'am. Okay. Should I start, ma'am? Can you stop screen sharing and allow me? Yes, sir. I'll stop share. Now you can start your sharing. Yes, please. Is it visible, ma'am? Yes, sir. Yes, yes sir. Yes, ma'am. A very good morning to all present. First of all, I would like to congratulate the organizing committee, the team of IQAC, Dr. Preetam Kaur ji, Dr. Jasprit Kaur, and Dr. Rajiv Sehgal ji. And I also extend my sincere thanks to Professor Rakesh Kumar ji, Vice Principal of the college, and last but not the least, Dr. Paramjit Singh Garewal ji, and all the faculty members for giving me a chance to be part of this event and sharing my views on a simple topic, that is designing effective lessons and understanding the pedagogy. In the starting, I would like to make one statement that whenever we attend the orientation course or refresher courses, ਤਾਂ ਇੱਕ ਬੜੀ ਕਾਮਨ ਜਿਹਾ ਵਿਊ ਹੁੰਦਾ ਕਿ ਜਦੋਂ ਵੀ ਟ੍ਰੇਨਿੰਗ ਕਾਲਜਸ ਜਾਂ ਐਜੂਕੇਸ਼ਨ ਕਾਲਜਸ ਦੇ ਵਿੱਚ ਬੜੀਆਂ ਕਾਮਨ ਥਿੰਗਸ ਨੇ, ਡਿਜ਼ਾਈਨਿੰਗ ਅ ਲੈਸਨਸ, ਬਟ ਥੀਸ ਆਰ ਨਾਟ ਦ ਵੈਰੀ ਕਾਮਨ ਥਿੰਗਸ ਇਨ ਡਿਗਰੀ ਕਾਲਜਸ. ਦੈਨ ਇਹ ਇੱਕ ਕਨਫਲਿਕਟ ਵੀ ਹੁੰਦਾ, ਇੱਕ ਡਿਬੇਟ ਵੀ ਹੁੰਦੀ ਹੈ ਕਿ whether we need these lesson plans or not. Here lesson plan doesn't mean the full-fledged lesson plan of writing 3-4 pages lesson plan for every lesson on each day. Basically it is just an outline. We know that कि जे तुसी आज मीटिंग भी कर रहे हो Zoom ते, you have planned something. कितने पार्टिसिपेंट ने किस टाइम स्पीकर ने बोलना, किस टाइम किन्ने पार्टिसिपेंट ਨੂੰ ਅਨਮਿਊਟ ਕਰਨਾ, ਕਿੰਨਿਆਂ ਨੂੰ ਮਿਊਟ ਕਰਨਾ. You have planned so many things. No doubt ਅੱਜ ਪਹਿਲਾ ਦਿਨ ਹੈ, ਤੁਸੀਂ ਬਹੁਤ ਵਧੀਆ ਡਿਸਕਸ਼ਨ ਕੀਤੀ ਹੈ ਕਿ ਅਸੀਂ ਕਿੰਨਾ ਟਾਈਮ ਤੱਕ ਕਿਸੇ ਦੀ ਉਂਗਲ ਫੜ ਕੇ ਚੱਲਾਂਗੇ. One day we have to be self sufficient. ਤੇ ਇਸ ਤੋਂ ਬਿਨਾ ਹੁਣ ਗੁਜ਼ਾਰਾ ਹੈ ਨਹੀਂ ਕਿਉਂਕਿ ਜਿਹੜਾ ਕਰੋਨਾ ਪੈਂਡੈਮਿਕ ਹੈ, ਜੇ ਅਸੀਂ ਇਹਨੂੰ ਨਾਰਮਲ ਦੀ ਜਗ੍ਹਾ ਹੁਣ ਨਿਊ ਨਾਰਮਲ ਵਰਡ ਯੂਜ਼ ਕਰ ਲਈਏ, ਇਟ ਇਜ਼ ਅ ਨਿਊ ਨਾਰਮਲ ਕੰਡੀਸ਼ਨ ਨਾਓ ਅ ਡੇ. We have to live with corona. ਐਂਡ ਮੋਰ ਚੈਲੰਜਿੰਗ ਟਾਸਕ ਕੀ ਹੈ ਕਿ ਕਰੋਨਾ ਪੈਂਡੈਮਿਕ ਦੇ ਡਿਊਰੇਸ਼ਨ ਦੇ ਵਿੱਚ ਇੱਕ ਪੋਜ਼ਿਟਿਵ ਚੀਜ਼ ਜ਼ਰੂਰ ਆ ਰਹੀ ਹੈ ਸਾਡੇ ਸਾਹਮਣੇ ਕਿ ਹੁਣ ਤੱਕ ਜਿੰਨੇ ਵੀ ਪਰਸਨ ਟੈਕਨੋਲੋਜੀ ਜਾਂ ICT ਅਨੇਬਲਡ ਟੀਚਿੰਗ ਲਰਨਿੰਗ ਪ੍ਰੋਸੈਸ ਸੀ, ਉਹ ਸਾਰੀ ਪ੍ਰੋਸੈਸ ਦੇ ਪ੍ਰਤੀ ਇੱਕ ਹਰਡਲ ਸੀ ਉਹਨਾਂ ਦੇ ਮਨ ਦੇ ਵਿੱਚ, ਜਾਂ ਇੱਕ ਤਰ੍ਹਾਂ ਦੀ ਰੈਸਿਸਟੈਂਸ ਸੀ. ਉਹ ਰੈਸਿਸਟੈਂਸ ਖਤਮ ਹੋ ਰਹੀ ਹੈ ਕਿਉਂਕਿ ਵੀ ਹੈਵ ਟੂ ਲਿਵ ਵਿਦ
these kind of technologies for next 4 months, 5 months, or 1 year. No one knows about that. We have to be well prepared to handle these things. So first of all, ਉਹ ਐਟੀਟਿਊਡਨਲ ਚੇਂਜ ਆ ਰਹੀ ਹੈ, ਜਿਹਦੀ ਇੱਕ ਲਾਈਵ ਐਗਜ਼ਾਮਪਲ ਜੇ ਅਸੀਂ ਡਿਸਕਸ ਕਰਨੀ ਚਾਹੀਏ ਕਿ ਕੁਝ ਸਾਲ ਪਹਿਲਾਂ ਬੈਂਕਿੰਗ ਦੇ ਵਿੱਚ ਕੰਪਿਊਟਰਸ ਆਏ ਸੀ। ਉਸ ਟਾਈਮ ਇੱਕ ਰੈਸਿਸਟੈਂਸ ਸੀ ਬੈਂਕਿੰਗ ਸਟਾਫ ਦੇ ਵਿੱਚ ਕਿ ਮੇਬੀ ਜੇ ਇਹ ਪ੍ਰੋਸੈਸ ਸ਼ੁਰੂ ਹੋ ਗਈ ਤਾਂ ਸਾਡੀਆਂ ਜੌਬ ਚਲੇ ਜਾਣਗੀਆਂ, ਇਹ ਪ੍ਰੋਸੈਸ ਸ਼ੁਰੂ ਹੋ ਗਈ ਤਾਂ ਜਿਹੜੇ ਐਕਸਪੀਰੀਅੰਸ ਸਟਾਫ ਮੈਂਬਰ ਨੇ ਜਾਂ ਬਿਲਕੁਲ ਰਿਟਾਇਰਮੈਂਟ ਦੇ ਨੇੜੇ ਨੇ ਉਹਨਾਂ ਨੂੰ ਐਡਜਸਟ ਕਰਨਾ ਬਹੁਤ ਔਖਾ ਹੋਏਗਾ। ਬਟ ਜਦੋਂ ਹੁਣ ਅਸੀਂ ਦੇਖਦੇ ਹਾਂ ਆਫਟਰ 5-7 years, now everyone is very well dealing all the technologies. So ਉਹ ਸਰਵਾਈਵਲ ਉਹਨਾਂ ਵਾਸਤੇ 7-8 years ਪਹਿਲਾਂ ਕੁਐਸਚਨ ਆਇਆ ਸੀ, ਸਾਡੇ ਵਾਸਤੇ ਇਹ ਕਰੋਨਾ ਪੈਂਡੈਮਿਕ ਚ ਆਇਆ ਕਿ now to survive in this competitive world of education we have to learn so many things. I am very happy to hear that you have already planned some sessions on LMS, learning management system. It is very important thing. Then you have already some experiences of ICT tools. ਜਦੋਂ ਸਾਡੇ ਕੋਲ ਬੇਸਿਕ ਇਨਫੋਰਮੇਸ਼ਨ ਜਾਂ ਬੇਸਿਕ ਟ੍ਰੇਨਿੰਗ ਹੋ ਜਾਂਦੀ ਹੈ, ਦੈਨ ਮੇਨ ਚੀਜ਼ ਰਹਿ ਜਾਂਦੀ ਹੈ ਕਿ ਹੁਣ ਅਸੀਂ ਆਪਣਾ ਕੰਟੈਂਟ ਪ੍ਰਪੇਅਰ ਕਰਨਾ ਤੇ ਉਹ ਕੰਟੈਂਟ ਬੱਚਿਆਂ ਤੱਕ ਕਿਵੇਂ ਲੈ ਕੇ ਜਾਣਾ। ਦੈਟ ਇਜ਼ ਅ ਮੇਨ ਕੁਐਸਚਨ ਬਿਫੋਰ ਆਲ ਆਫ ਅਸ। ਤੇ ਇਸੇ ਕੁਐਸਚਨ ਦੇ ਨਾਲ ਇੱਕ ਵੱਡਾ ਕੁਐਸਚਨ ਹੋਰ ਖੜਾ ਹੁੰਦਾ ਹੈ ਕਿ ਅੱਜ ਤੋਂ ਪਹਿਲਾਂ ਜਾਂ ਇੱਕ ਕਰੋਨਾ ਪੈਂਡੈਮਿਕ ਤੋਂ ਪਹਿਲਾਂ ਅਸੀਂ ਕਲਾਸਰੂਮ ਦੇ ਵਿੱਚ ਸੀ, ਸਾਡੇ ਬੱਚੇ ਸਾਡੇ ਨਾਲ ਸੀ। ਸੋ ਦੈਟ ਵਾਜ਼ ਅ ਵਨ ਰੂਮ ਇੰਟਰੈਕਸ਼ਨ, ਜਿੱਥੇ ਤੁਹਾਡੇ ਦੁਆਰਾ ਜੇ ਕੋਈ ਮਿਸਟੇਕ ਵੀ ਹੋਈ ਹੈ, ਕੋਈ ਐਰਰ ਵੀ ਹੋਈ ਹੈ, ਉਹ ਵਿਦਨ ਦਾ ਕਲਾਸ ਹੁੰਦੀ ਸੀ ਜਿਹੜੀ ਤੁਸੀਂ ਕਲਾਸ 'ਚ ਸੋਲਵ ਕਰ ਸਕਦੇ ਸੀ। ਤੇ ਨਾਓ ਜੇ ਤੁਸੀਂ ਇਸ ਜ਼ੂਮ ਮੀਟਿੰਗ ਨੂੰ YouTube ਤੇ ਲਾਈਵ ਕੀਤਾ ਤਾਂ ਈਚ ਐਂਡ ਐਵਰੀ ਵਰਡ ਅਸੀਂ ਬੋਲ ਰਹੇ ਹਾਂ, ਕੋਈ ਪ੍ਰੈਜੈਂਟੇਸ਼ਨ ਦੇ ਰਹੇ ਹਾਂ, ਦੈਨ ਇਟ ਇਜ਼ ਔਨ ਦਾ ਵੈਬ। ਐਂਡ ਵੈਬ ਦੇ ਉੱਤੇ ਤੁਹਾਡੀ ਪੋਜ਼ਿਟਿਵ ਚੀਜ਼ ਘੱਟ ਚਾਹੇ ਉਹਦੀ ਐਪਰੀਸ਼ੀਏਸ਼ਨ ਹੋਵੇ, ਲੇਕਿਨ ਨੈਗੇਟਿਵ ਬੜੀ ਜਲਦੀ ਫੜੀ ਜਾਏਗੀ। ਐਂਡ ਔਨ ਦਾ ਅਦਰ ਸਾਈਡ ਜਦੋਂ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਨੇ ਕੰਪੈਰੀਜ਼ਨ ਕਰਨਾ, ਤਾਂ ਸਟੂਡੈਂਟ ਵਿਲ ਈਜ਼ਲੀ ਕੰਪੇਅਰ ਕਿ ਸਾਡੇ ਟੀਚਰ ਕਿਸ ਤਰ੍ਹਾਂ ਟੀਚ ਕਰ ਰਹੇ ਨੇ ਤੇ YouTube ਤੇ ਜਾਂ MOOC ਦੇ ਕੋਰਸਸ ਤੇ ਟੀਚਰ ਕਿਵੇਂ ਟੀਚ ਕਰ ਰਹੇ ਨੇ। ਸੋ ਨਾਓ ਇਟਸ ਅ ਬਿਗ ਚੈਲੰਜ ਬਿਫੋਰ ਆਲ ਆਫ ਅਸ। We have to deal with this challenge by enhancing our skills. So we are starting with this topic, designing effective lessons, understanding the pedagogy. Now the first question is, what is I think multilingual will be okay, ma'am? Dr. Jasprit, ma'am? Yes, sir. Yes. Yes, sir. Perfect. Okay, fine. Multilingual will be better. Yes. Fine, ma'am, fine. What is the need of any training or orientation? ਜਿਸ ਤਰ੍ਹਾਂ ਤੁਸੀਂ ਅੱਜ ਟ੍ਰੇਨਿੰਗ ਸੈਸ਼ਨ ਲਗਾ ਰਹੇ ਹੋ, ਇਹ ਨੀਡ ਐਮਰਜ ਕਿਉਂ ਹੋਈ? Why we are here? We have to keep in mind one thing, that past glory and education don't count for too much. ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਡਿਫਰੈਂਸ ਕੀ ਹੈ ਕਿ the difference between a teacher and student is just a 40-minute lecture. 40 ਮਿੰਟ ਪਹਿਲਾਂ ਜੋ ਬੱਚੇ ਨੂੰ ਨਹੀਂ ਪਤਾ ਸੀ, ਜੇ ਉਹਨੇ YouTube ਲੈਸਨ ਦੇਖ ਲਿਆ ਜਾਂ ਤੁਹਾਡੀ ਵੀਡੀਓ ਦੇਖ ਲਈ ਜਾਂ ਤੁਹਾਡਾ ਨਾਰਮਲ ਕਲਾਸਰੂਮ ਟੀਚਿੰਗ ਦੇਖ ਲਈ ਹੈ, ਤਾਂ ਆਫਟਰ 40 ਮਿੰਟਸ ਤੁਹਾਡੇ ਕੋਲ ਸਿਰਫ ਓਨਾ ਜਿੰਨਾ ਤੁਸੀਂ ਪ੍ਰਪੇਅਰ ਕੀਤਾ। ਐਂਡ ਸਟੂਡੈਂਟ ਹੈਵ ਵਾਸਟ ਨੰਬਰ ਆਫ ਰਿਸੋਰਸਿਸ ਕਿ ਜਿੱਥੋਂ ਉਹਨੂੰ ਅਲੱਗ-ਅਲੱਗ ਮਲਟੀ ਐਂਗਲਸ ਤੋਂ ਕੰਪੇਅਰ ਕਰ ਸਕਦਾ, ਤੁਹਾਡੇ ਪੜ੍ਹਾਏ ਹੋਏ ਪੁਆਇੰਟਸ ਨੂੰ, ਤੁਹਾਡੇ ਲੈਸਨ ਨੂੰ ਅਲੱਗ-ਅਲੱਗ ਐਂਗਲਸ ਤੋਂ ਇਵੈਲੂਏਟ ਕਰ ਸਕਦਾ। ਸੋ ਵੀ ਹੈਵ ਟੂ ਐਕਸੈਪਟ ਦੈਟ ਕਿ ਜੋ ਸਾਡੀ ਐਜੂਕੇਸ਼ਨ ਹੈ, ਜੋ ਅਸੀਂ ਇੰਨਾ ਨਾਮ ਕਮਾਇਆ ਐਜੂਕੇਸ਼ਨ ਦੇ ਵਿੱਚ, ਨਾਓ ਇਟ ਇਜ਼ ਅੰਡਰ ਦਾ ਚੈਲੰਜ। ਸਾਨੂੰ ਕੰਪੈਰੀਜ਼ਨ ਨਹੀਂ ਪਹਿਲਾਂ ਸੀ, ਹੁਣ ਕੰਪੈਰੀਜ਼ਨ ਓਪਨ ਹੋ ਰਿਹਾ। ਦ ਸੈਕੰਡ ਥਿੰਗ, ਵੀ ਹੈਵ ਟੂ ਕੰਟੀਨਿਊਸਲੀ ਸ਼ਾਰਪਨ ਐਗਸ। ਅਸੀਂ ਤੁਹਾਨੂੰ ਦੇਖਣਾ ਪਏਗਾ ਕਿ ਕਿੰਨਾ ਚਿਰ ਹੋ ਗਿਆ ਸਾਨੂੰ ਆਪਣੇ ਆਪ ਨੂੰ ਦੁਬਾਰਾ ਤੋਂ ਨਵੇਂ ਸਿਸਟਮ ਦੇ ਵਿੱਚ ਅਡੈਪਟ ਕਰਿਆ ਨੂੰ, ਕਿਹੜੀਆਂ-ਕਿਹੜੀਆਂ ਚੀਜ਼ਾਂ ਹੁਣ ਸਾਨੂੰ ਸਿੱਖਣ ਦੀ ਲੋੜ ਹੈ, ਜਿਨ੍ਹਾਂ ਤੋਂ ਬਿਨਾਂ ਨੈਕਸਟ 1 year ਜਾਂ 2 year ਮੇਬੀ ਯੂਐਸ ਇਜ਼ ਆਲਸੋ ਪਲੈਨਿੰਗ ਟੂ ਫਾਰਮਲਾਈਜ਼ ਥੀਸ ਥਿੰਗਸ, ਕਿ ਹੋ ਸਕਦਾ ਹੈ ਸਾਡੇ ਸਿਸਟਮ ਦੇ ਵਿੱਚ ਫਾਰਮਲ ਵੇ ਦੇ ਵਿੱਚ ਇੱਕ ਪਾਰਟ ਬਣ ਜਾਵੇ। ਜਿਸ ਤਰ੍ਹਾਂ ਕਿ ਅਸੀਂ ਸੁਣਦੇ ਆ ਰਹੇ ਹਾਂ ਕਿ 25% ਕੋਰਸਿਸ ਵਾਸਤੇ ਪਿਛਲੇ ਕੁਝ ਸਾਲਾਂ ਤੋਂ ਪਲੈਨਿੰਗ ਚੱਲ ਰਹੀ ਹੈ ਕਿ ਕਿਸੇ ਵੀ ਕੋਰਸ ਦਾ 25% ਸਵੈਮ ਜਾਂ ਉਹਨਾਂ ਪੋਰਟਲਸ ਦੇ ਥਰੂ ਹੋ ਸਕਦਾ। ਬਟ ਨਾਓ ਦਾ ਗਵਰਨਮੈਂਟ ਇਜ਼ ਇਨ ਵੈਰੀ ਰਾਈਟ ਡਾਇਰੈਕਸ਼ਨ ਕਿ ਗਵਰਨਮੈਂਟ ਨੂੰ ਟਾਈਮ ਮਿਲ ਗਿਆ, ਗਵਰਨਮੈਂਟ ਨੂੰ ਸਿਚੁਏਸ਼ਨ ਮਿਲ ਗਈ ਹੈ, ਨਾਓ ਦੇ ਕੈਨ ਈਜ਼ੀਲੀ ਇੰਪਲੀਮੈਂਟ ਦਿਸ ਥਿੰਗ ਬਟ ਵਿਦ ਅ ਪ੍ਰੋਪਰ ਆਰਗੇਨਾਈਜ਼ਡ ਵੇ। ਦੈਨ feed our mind on regular basis for qualitative improvement. As the event is organized by the IQAC team, so they know better what is a qualitative improvement.
improvements. For me, it is why quality is a philosophy of continuous improvement. And IQAC cell is trying to work on quality parameters in our teaching learning process. That's why they have designed this particular session for designing effective lessons. Now the question is how to design it. Why we have to redesign our pedagogical approach in classroom? There are two words. One is a pedagogy, another one is a andragogy. Basically, alag-alag time te jis tarah name views aunde gaye, two terms nikal ke aaiyan. One was pedagogy, another was andragogy. Pedagogy ਅਸੀਂ children level ਤੇ ਗੱਲ ਕਰਦੇ ਹਾਂ, andragogy ਅਸੀਂ adults ਵਾਸਤੇ ਗੱਲ ਕਰਦੇ ਹਾਂ, but now a time also the words are used interchangeably at so many places. So in we are living in a digital age. In a digital age, teacher, parents and students are drowning in the information. Starving for wisdom. ਕੀ ਦੇਖ ਰਹੇ ਹਾਂ ਅਸੀਂ, ਬੱਚੇ ਕੋਲ ਇਨਫੋਰਮੇਸ਼ਨ ਬਹੁਤ ਹੈ। ਜਦੋਂ ਗੂਗਲ ਕਰਦਾ ਇੱਕ ਲੈਸਨ ਦੇ ਉੱਤੇ, ਚਾਹੇ ਤੁਸੀਂ ਕੈਮਿਸਟਰੀ ਦਾ ਲੈ ਰਹੇ ਹੋ, ਫਿਜ਼ਿਕਸ ਦਾ ਲੈ ਰਹੇ ਹੋ, ਬਾਇਓ ਦਾ ਲੈ ਰਹੇ ਹੋ, ਜਾਂ ਕਿਸੇ ਵੀ ਸੋਸ਼ਲ ਸਾਇੰਸ ਦੇ ਲੈਸਨ ਦੀ ਗੱਲ ਕਰ ਰਹੇ ਹੋ, ਉਹਦੇ ਕੋਲ ਇਨਫੋਰਮੇਸ਼ਨ ਬਹੁਤ ਹੈ। ਥਰੂ ਸਮ ਬਲੌਗਸ, ਥਰੂ ਸਮ ਵੈਬਸਾਈਟਸ, ਥਰੂ ਸਮ YouTube lessons, through some MOOCs. So there is a number of sources of different type of information. But ਇੱਥੇ teacher ਦਾ role ਬਹੁਤ ਜ਼ਿਆਦਾ important ਹੈ ਕਿ that can be only an information. ਅਸੀਂ ਜਾਣਦੇ ਹਾਂ ਕਿ ਪਹਿਲਾਂ ਡਾਟਾ ਹੁੰਦਾ, ਡਾਟਾ ਤੋਂ ਅਸੀਂ ਇਨਫੋਰਮੇਸ਼ਨ ਬਿਲਡ ਕਰਦੇ ਹਾਂ, ਇਨਫੋਰਮੇਸ਼ਨ ਤੋਂ ਅੱਗੇ ਅਸੀਂ ਨੌਲੇਜ ਵੱਲ ਨੂੰ ਵਧਦੇ ਹਾਂ, ਨੌਲੇਜ ਤੋਂ ਅੱਗੇ ਅਸੀਂ ਵਿਜ਼ਡਮ ਵੱਲ ਨੂੰ ਜਾਂਦੇ ਹਾਂ। ਸੋ ਦੈਟ ਇਜ਼ ਅ ਡਿਊਟੀ ਆਫ ਅ ਟੀਚਰ ਟੂ ਉਹਦੀ ਬੱਚੇ ਦੀ ਉਂਗਲ ਫੜ ਕੇ ਉਹਨੂੰ ਡਾਟਾ ਤੋਂ ਲੈ ਕੇ ਵਿਜ਼ਡਮ ਤੱਕ ਲੈ ਕੇ ਜਾਣਾ। ਇੱਥੇ ਰੋਲ ਸਾਡਾ ਅਜੇ ਵੀ ਚੱਲੇਗਾ, ਲੇਕਿਨ ਪਹਿਲਾਂ ਉਹਦੇ ਵਾਸਤੇ ਸੋਰਸ ਆਫ ਇਨਫੋਰਮੇਸ਼ਨ ਓਨਲੀ ਟੀਚਰ ਸੀ। ਨਾਓ ਦਾ ਸੋਰਸ ਆਫ ਇਨਫੋਰਮੇਸ਼ਨ ਕੈਨ ਬੀ ਇੰਟਰਨੈਟ, ਕੈਨ ਬੀ different sources. So sources ਵੱਧ ਗਏ ਨੇ। Now knowledge translates into wisdom, which in turn translate into success. ਜਿਹੜੀ knowledge ਹੈ ਜਦੋਂ wisdom transfer ਹੁੰਦੀ ਹੈ, then ਉਹ ਤੁਹਾਡੇ ਬੱਚਿਆਂ ਦੀ output ਚ ਨਜ਼ਰ ਆਉਂਦੀ ਹੈ। Now the student is able to apply the knowledge. Then our main task is to provide education to the digital learners. So this is the main question before all of us. Now we have to deal with the digital learners. मैं अक्सर इस काम वास्ते एक वर्ड यूज करता हूँ ना कि देयर इज अ जनरेशन गैप। ਤੁਸੀਂ ਇਹ ਦੇਖੋਗੇ ਜਿੰਨੇ ਵੀ ਅਸੀਂ ਪਰਸਨ ਅੱਜ ਇਸ ਮੀਟਿੰਗ ਚ ਇਸ ਮੀਟਿੰਗ ਨੂੰ ਅਟੈਂਡ ਕਰ ਰਹੇ ਹਾਂ, ਵੈਬਿਨਾਰ ਨੂੰ, ਜਿਹੜੇ ਸਾਡੇ ਬੱਚੇ ਨੇ, ਚਿਲਡਰਨ ਨੇ, ਉਹ ਸਾਡੇ ਤੋਂ ਇੱਕ ਜਨਰੇਸ਼ਨ ਅਹੈਡ ਨੇ। ਉਹ ਜਨਮੇ ਵੀ ਟੈਕਨੋਲੋਜੀ ਦੀ ਏਜ ਦੇ ਵਿੱਚ ਨੇ, ਹੁਣ ਤੱਕ ਵੱਡੇ ਵੀ ਟੈਕਨੋਲੋਜੀ ਦੀ ਏਜ ਚ ਹੋਏ ਨੇ। ਸਾਡਾ ਕਿਸੇ ਦਾ ਵੀ ਵਰਥ ਟੈਕਨੋਲੋਜੀ ਵਾਲੀ ਏਜ ਚ ਨਹੀਂ ਹੋਇਆ ਸੀ। So there is a one generation gap between today's learner and today's teachers. We have to fill that gap to be successful in our colleges. This is a wide gap. A one generation gap, you can easily imagine the word generation gap. The digital learners, ਦੀਆਂ characteristics ਕੀ ਨੇ, ਕਿਉਂ ਉਹਨਾਂ ਨੂੰ deal ਕਰਨਾ ਮੁਸ਼ਕਿਲ ਹੈ? The generation gap. Second is ਉਹ ਉਹੋ ਜਿਹੀਆਂ ਜੌਬ ਦੇ ਵਿੱਚ ਐਂਟਰ ਕਰਨਗੇ ਜਿਹੜੀਆਂ ਜੌਬਸ ਅੱਜ ਐਗਜ਼ਿਸਟ ਵੀ ਨਹੀਂ ਕਰ ਰਹੀਆਂ। ਫਿਊ ਈਅਰਸ ਬੈਕ ਜਾਂ ਫਿਊ ਮੰਥਸ ਬੈਕ, ਨੋ ਡਾਊਟ ਵੈਬਿਨਾਰ ਫੋਰਨ ਦੇ ਵਿੱਚ ਬੜਾ ਕਾਮਨ ਕਨਸੈਪਟ ਸੀ, ਬੜਾ ਯੂਜ਼ ਹੋ ਰਿਹਾ ਸੀ। ਇਨ ਬੰਬੇ ਔਰ ਇਨ IITs ਦੇ ਵਿੱਚ ਯੂਜ਼ ਹੋ ਰਿਹਾ ਸੀ। ਇਨ ਕਾਲਜਸ ਜੇ ਅਸੀਂ ਨਾਰਮਲ ਗ੍ਰੈਸ ਰੂਟ ਤੇ ਕਹੀਏ ਤਾਂ ਵੈਬਿਨਾਰ ਵਾਸਤੇ ਕੋਈ ਬਹੁਤੀ ਪਲੇਸ ਨਹੀਂ ਸੀ। But nowadays, so many people are outsourcing the webinar organization process. So ਨਵੀਆਂ ਜੌਬਸ ਪੈਦਾ ਹੋ ਰਹੀਆਂ ਨੇ। ਕਰੋਨਾ ਨੇ ਬਹੁਤ ਸਾਰੀਆਂ ਨਵੀਆਂ ਜੌਬਸ ਪੈਦਾ ਕੀਤੀਆਂ ਨੇ। ਸੋ ਸਾਨੂੰ ਇਹ ਨਹੀਂ ਪਤਾ ਕਿ ਜਦੋਂ ਤੱਕ ਬੱਚਾ ਸਾਡਾ ਟ੍ਰੇਨ ਹੋ ਕੇ ਜਾਏਗਾ, ਕਿਸ ਫੀਲਡ ਦੀ ਜੌਬ ਕਿੰਨੀ ਬਦਲ ਚੁੱਕੀ ਹੋਏਗੀ। ਚਾਹੇ ਉਹ ਸੋਸ਼ਲ ਸਾਇੰਸ ਹੈ, ਚਾਹੇ ਉਹ IT ਸੈਕਟਰ ਹੈ, ਚਾਹੇ ਉਹ ਸਾਇੰਸਸ ਨੇ। The scenario is changing too fast. So the third one is digitally literate ਨੇ, ਤੇ ਉਹਨਾਂ ਵਾਸਤੇ ਇੰਟਰਨੈਟ ਬੜੀ ਕਾਮਨ ਚੀਜ਼ ਆ, ਸਾਡੇ ਵਾਸਤੇ ਇੰਟਰਨੈਟ ਔਖੀ ਚੀਜ਼ ਹੈ। ਹੁਣ ਦੇ ਬੱਚੇ ਨੈਟਵਰਕ ਨੇ। ਇੱਕ ਬੱਚਾ ਜੋ ਗਵਰਨਮੈਂਟ ਕਾਲਜ ਤੁਹਾਡੇ ਕੋਲ ਪੜ੍ਹ ਰਿਹਾ, ਉਹ 10 ਦੇ 10 ਕਾਲਜ, 8 ਕਾਲਜਸ ਜੋ ਲੁਧਿਆਣਾ ਚ ਅਵੇਲੇਬਲ ਨੇ, ਉਹਨਾਂ ਨਾਲ ਨੈਟਵਰਕਡ ਹੈ। ਉੱਥੇ ਕੀ ਹੋ ਰਿਹਾ, ਇੱਥੇ ਕੀ ਹੋ ਰਿਹਾ, they are networked and multitaskers. So these are the characteristics of the digital learners ਜਿਨ੍ਹਾਂ ਵਾਸਤੇ ਅਸੀਂ ਪਲਾਨ ਕਰਨੇ ਨੇ ਲੈਸਨਸ। ਸੋ ਸਭ ਤੋਂ ਪਹਿਲਾਂ ਸਾਡੇ ਮਾਈਂਡ 'ਚ ਇਹ ਇਮੇਜ ਬੜੀ ਕਲੀਅਰ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਵਾਸਤੇ ਅਸੀਂ ਲੈਸਨ ਪਲਾਨ ਕਰਨੇ ਨੇ ਤਾਂ ਉਹਨਾਂ ਵਾਸਤੇ ਕਿਸ ਤਰ੍ਹਾਂ ਦੀਆਂ ਰਿਕੁਆਇਰਮੈਂਟ ਸਾਨੂੰ ਲੋੜ ਪਏਗੀ। Then this picture can explain so many things. I have taken this picture from the NCERT textbook.
they have added into the school level books. This is the scenario in too many places. We have this kind of practices in many places, the spoon feeding. ਸਾਡੇ ਬੱਚੇ ਵੀ ਇਸੇ ਪੁਆਇੰਟ ਤੇ ਲਰਨ ਕਰਨ ਲੱਗੇ ਨੇ ਕਿ ਜੋ ਟੀਚਰ ਦੇਗਾ ਉਨਾ ਹੀ ਲਰਨ ਕਰਨਾ. ਵੀ ਆਰ ਜਸਟ ਸਪੂਨ ਫੀਡਿੰਗ ਆਰ ਸਟੂਡੈਂਟਸ. ਬਟ ਜਦੋਂ ਗ੍ਰੈਜੂਏਸ਼ਨ ਕਰਕੇ ਪੋਸਟ ਗ੍ਰੈਜੂਏਸ਼ਨ ਕਰਕੇ ਕੋਰਸ ਪੂਰਾ ਕਰਕੇ ਬਾਹਰ ਜਾਂਦੇ ਆ, then they are lacking so many skills. The reason being, ਜਦੋਂ ਅਸੀਂ ਸਪੂਨ ਫੀਡਿੰਗ ਕਰ ਰਹੇ ਹਾਂ, then we are on the lowest level. We will discuss on Bloom taxonomy in the session. Bloom taxonomy has 6 levels, and we are just sticking to the first level, that is a remembering. When we are using this type of technology or this type of technique in our teaching, spoon feeding everything to our learner, then we are using only the lowest level of Bloom taxonomy, that is called remembering. Another example of our classroom. Ma'am, slides are moving? Yes, sir. Yes, Okay, sir. fine. Sometime in Zoom there is a problem that slides are not moving frequently. Kindly inform me whenever you face any kind of problem, please. Okay, sir. This is the another picture which display the classroom environment in our classrooms. Authoritative classroom. We can organize a classroom into a 3 forms. One is an authoritative classroom, another one is a democratic classroom environment, and third one is a legislature, जिथे किसी ना टीचर ਦਾ कंट्रोल है ना बच्चे ਦਾ कंट्रोल है. लेकिन बहुत सारियां प्लेसेस ਤੇ ਅਜੇ ਵੀ ਜਿਹੜੀ ਟੀਚਿੰਗ ਲਰਨਿੰਗ ਪ੍ਰੋਸੈਸ ਜਿੰਨਾ ਚਿਰ ਫੇਸ ਟੂ ਫੇਸ ਮੋਡ 'ਚ ਹੋ ਰਹੀ ਸੀ, ਉਹਨਾਂ ਟਾਈਮ ਜੇ ਅਸੀਂ ਉਹਦੀ ਪਰਸੈਂਟੇਜ ਕਾਊਂਟ ਕਰੀਏ, ਜੇ ਰਿਸਰਚ ਸਟੱਡੀਜ਼ ਨੂੰ ਕਾਊਂਟ ਕਰੀਏ, ਤਾਂ ਮੋਸਟ ਆਫ ਦਾ ਪਲੇਸਸ ਦੈਟ ਵਾਜ਼ ਅ ਟੀਚਰ ਡੋਮੀਨੇਟਡ ਕਲਾਸਰੂਮ. ਲੇਕਿਨ ਜਦੋਂ ਤੁਸੀਂ ਹੁਣ ਡਿਸਕਸ ਕਰ ਰਹੇ ਹੋ 21st ਸੈਂਚੁਰੀ ਦੇ ਬੱਚਿਆਂ ਨੂੰ ਪ੍ਰਪੇਅਰ ਕਰ ਰਹੇ ਹੋ, then we have to change our style of teaching, क्योंकि बच्चे अपना लर्निंग का स्टाइल चेंज कर चुके हैं. नो डाउट बहुत क्रिएटिव टीचर्स ने, साडे को क्रिएटिव स्टाफ है साडे को कॉलेजेस दे विच जिहड़े बड़े इंटरैक्टिव होकर बच्चों ने टीच करते हैं. लेकिन जिथे जिथे सानू इंप्रूवमेंट की लोड़ है, वी हैव टू मूव फर्दर. ये भी एक इमेज है, तुसी 3 Idiot मूवी देखी होनी है. यू विल वेरी मच फैमिलियर विद द 3 Idiot मूवी. ਉਹਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਦੀ ਪਿਕਚਰ ਬਣਾਈ ਗਈ ਸੀ ਕਿ ਜਦੋਂ ਸਾਡੇ ਕੋ ਕੋਈ ਸਟੂਡੈਂਟ ਆਉਂਦਾ, ਚਾਹੇ ਉਹ ਸਕੂਲ ਲੈਵਲ ਤੇ ਆ ਰਿਹਾ, ਚਾਹੇ ਉਹ ਕਾਲਜ ਲੈਵਲ ਤੇ ਆ ਰਿਹਾ, ਚਾਹੇ ਉਹ ਟ੍ਰੇਨ ਕਾਲਜ ਚ ਆ ਰਿਹਾ, ਬਲੇਮ ਗੇਮ. ਜਦੋਂ ਗਵਰਨਮੈਂਟ ਕਾਲਜ ਦੇ ਵਿੱਚ ਜਾਂ ਪ੍ਰਾਈਵੇਟ ਕਾਲਜ ਦੇ ਵਿੱਚ ਬੱਚਾ +2 ਤੋਂ ਬਾਅਦ ਐਂਟਰੀ ਕਰ ਰਿਹਾ, ਬਲੇਮਿੰਗ ਦੈਟ ਕਿ ਸਕੂਲ ਐਜੂਕੇਸ਼ਨ ਦੇ ਵਿੱਚ ਬੱਚੇ ਦੀਆਂ ਉਹ ਸਕਿੱਲਸ ਇਨਹਾਂਸ ਨਹੀਂ ਕੀਤੀਆਂ ਗਈਆਂ ਜੋ ਰਿਕੁਆਇਰਡ ਨੇ. ਫਾਰ ਐਗਜ਼ਾਮਪਲ ਕਿ ਜੋ ਬੱਚੇ ਨੂੰ ਗ੍ਰੈਜੂਏਸ਼ਨ ਚ ਆਉਣਾ ਚਾਹੀਦਾ, ਉਹ ਜੋ +2 ਲੈਵਲ ਦੇ ਬੱਚੇ ਕੋਲ ਸਕਿੱਲਸ ਹੋਣੇ ਚਾਹੀਦੇ ਨੇ, ਉਹ ਫਸਟ ਈਅਰ ਦੇ ਬੱਚੇ ਕੋਲ ਨਹੀਂ ਹੈਗੀਆਂ. ਦਿਸ ਇਜ਼ ਦਾ ਫਾਲਟ ਆਫ ਦ ਸੈਕੰਡਰੀ ਐਜੂਕੇਸ਼ਨ. ਤੇ ਸੈਕੰਡਰੀ ਐਜੂਕੇਸ਼ਨ ਕਿਹਨੂੰ ਬਲੇਮ ਕਰ ਰਿਹਾ ਕਿ ਦਿਸ ਇਜ਼ ਦਾ ਬਲੇਮ ਆਫ 10th ਕਲਾਸ ਟੀਚਰਸ. ਜਦੋਂ ਤੁਹਾਡੇ ਕੋਲੋਂ ਗ੍ਰੈਜੂਏਸ਼ਨ ਕਰਕੇ ਬੱਚਾ ਸਾਡੇ ਕੋਲੇ ਪਹੁੰਚਦੇ ਨੇ, then we are starting blaming ਕਿ no ਹੁਣ ਅਸੀਂ ਬੱਚੇ ਨੂੰ ਉਹਦਾ ਕੰਟੈਂਟ ਟੀਚ ਨਹੀਂ ਕਰਾਂਗੇ, we will teach only the methodology part because the student is already graduated ਤੇ ਉਹਦੇ ਕੋਲ 3 ਸਬਜੈਕਟ ਦੀ ਮਾਸਟਰੀ ਹੈ, then blame game is on your heads. So we have to come out from ਕੋਲੇ ਆਉਂਦਾ ਉਹਦੇ ਬਹੁਤ ਸਾਰੀਆਂ ਐਂਬੀਸ਼ਨਸ ਨੇ, ਡਿਜ਼ਾਇਰਸ ਨੇ, ਡ੍ਰੀਮਸ ਨੇ, ਕਰਿਓਸਿਟੀ ਹੈ. ਸਾਡੇ ਕੋਲ ਕੀ ਹੁੰਦਾ ਕਿ ਇਹਨਾਂ ਨੂੰ ਸਾਈਡ ਤੇ ਰੱਖੋ, ਜੋ ਮੈਂ ਬੋਲ ਰਿਹਾ ਉਹਨੂੰ ਸੁਣੋ ਪਹਿਲਾਂ. ਜਿਸ ਤਰੀਕੇ ਨਾਲ ਮੈਂ ਟੀਚ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋ. ਦੈਨ ਜਦੋਂ ਬੱਚੇ ਨੇ ਸਾਰਾ ਕੁਝ ਕੱਢ ਕੇ ਬਾਹਰ ਰੱਖਤਾ, ਵੀ ਕੈਨ ਇਮੇਜਿਨ these 3 pictures clearly display the situation of a student in our classrooms. These are the different methods we are using in our day-to-day classrooms. These red ones are the mostly used method in any college or at any level. Lecture, demonstration, discussion, lecture cum discussion. No doubt the other things are used at some places. These are not very common things for any college, including our college. And these are some of the popular approaches which are becoming familiar at India level and at a world level across the globe. There is one type of learning, concept learning. When we are talking about the Bloom taxonomy, we are teaching the facts, but we are not teaching the concept. This is the main thing. Then
cooperative learning, flipped teaching, blended mode of teaching, constructivist approach. You might have heard these type of learning or these type of approaches at many places in nowadays in different webinars, different pamphlets, different FDPs, different capacity building programs by the under the PMMM program. So you will be very much familiar with these type of concepts which are becoming popular nowadays. We have to think on these different approaches. We have to understand these approaches, and we need a proper understanding of each approach so that we can plan a brief lesson how to use it. What is the general purpose of the lesson? Now this question is very important. Why make a lesson, or why we need an outline of a lesson plan? First of all, we want to share an idea with our students. We want to demonstrate a process. We want to transfer the knowledge from our end to the student end. And we want to explain a new concept to our students. So these can be the common purposes of planning a lesson, whether you are giving that lesson face-to-face mode or through by recording your video and putting it on your LMS system or on YouTube. This is the main purpose behind planning a lesson. Let us see some key points of a lesson plan. As I discussed in the starting of my presentation, that I will not detail the base structure that is used at school level for lesson plans, because at college level we are mature to make general outline of a lesson. That is important aspect for us कि जे ਅਸੀਂ ਕੱਲ ਇੱਕ lesson teach ਕਰਨਾ, ਚਾਹੇ ਅਸੀਂ face to face mode 'ਚ teach ਕਰ ਰਹੇ ਹਾਂ ਜਾਂ ਅਸੀਂ ਉਹਦੀ video ਬਣਾਉਣੀ ਹੈ, we must have the plan of that lesson. That plan can be 10-15 lines on your diary. That plan can be one-page typed material. So something should be prepared by the teacher in advance so that we can go along with that proper outline to give a proper results. So ਉਹਦੇ ਵਿੱਚ ਸਭ ਤੋਂ ਪਹਿਲਾ point ਸਾਡੇ ਕੋਲ ਕੀ ਆਉਂਦਾ, we have to section bringing the mood of the learners into the topic. That is a very important aspect. Like ਤੁਸੀਂ ਜਿਹੜੇ psychology ਨਾਲ related staff members ਨੇ, they know very well the purpose of the motivation. This is the main thing to do any difficult task. If the person is motivated, he can do wonders. ਜੇ ਸਾਡੇ ਸਟੂਡੈਂਟਸ ਨੇ, ਅਸੀਂ ਉਹਨਾਂ ਦੇ ਮੂਡ ਨੂੰ ਜੱਜ ਕਰ ਪਾ ਰਹੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਲਰਨ ਕਰਨਾ ਚਾਹੁੰਦੇ ਨੇ, ਕਿਸ ਤਰ੍ਹਾਂ ਦੇ ਬੈਕਗ੍ਰਾਉਂਡ ਚੋਂ ਆ ਰਹੇ ਆ, ਇਟ ਮੀਨਸ ਨੋਇੰਗ ਦਾ ਲਰਨਰ ਕਿ ਉਹਨਾਂ ਦਾ ਮੂਡ ਕੀ ਆ, ਕਿਸ ਤਰ੍ਹਾਂ ਦੀ ਲਰਨਿੰਗ ਪਸੰਦ ਕਰਦੇ ਆ, ਕਿਸ ਤਰ੍ਹਾਂ ਦੀ ਟੈਕਨੋਲੋਜੀ ਆਪਣੇ ਆਸ-ਪਾਸ ਦੇਖ ਰਹੇ ਆ. ਸੋ ਵੀ ਕੈਨ ਪਲਾਨ ਅਕੋਰਡਿੰਗ ਟੂ देयर ਮੂਡ, देयर ਬੈਕਗ੍ਰਾਉਂਡ, ਕਿ ਕਿਸ ਤਰ੍ਹਾਂ ਦੇ ਕਲਚਰ ਚੋਂ ਆ ਰਹੇ ਆ. ਸੋ ਦੈਟ ਇਜ਼ ਅ ਫਸਟ ਪੁਆਇੰਟ. ਮੇਕ ਲਰਨਰ ਅਟੈਂਟਿਵ ਐਂਡ ਰਿਸੈਪਟਿਵ. How we can make learner more attentive in our classroom and more receptive. ਉਹਨਾਂ ਦੀ ਇਹਦੇ ਵਿੱਚ ਕਿਹੜੇ-ਕਿਹੜੇ points ਜ਼ਿਆਦਾ ਮੈਟਰ ਕਰਨਗੇ, ਉਹਨਾਂ ਦਾ age level ਕੀ ਹੈ, in which type of language they are comfortable, ਉਹਨਾਂ ਦੀ previous knowledge ਕੀ ਹੈ, ਜਿਸ topic ਦੇ ਅਸੀਂ teach ਕਰਨ ਜਾ ਰਹੇ ਹਾਂ ਉਸ topic ਬਾਰੇ ਹੋਰ ਕੀ ਪਹਿਲਾਂ ਉਹਨਾਂ ਨੇ ਪੜ੍ਹਿਆ ਹੈ earlier classes ਦੇ ਵਿੱਚ, ਜਾਂ life ਦੇ ਵਿੱਚ ਉਸ ਚੀਜ਼ ਬਾਰੇ ਉਹ ਕੀ ਜਾਣਦੇ ਨੇ. Then the difficulty areas ਕੀ ਨੇ ਸਾਡੇ topic ਦੀਆਂ, and other key areas as per your expertise field. ਇਸ ਸਾਰੇ process ਨੂੰ ਕਰਨ ਵਾਸਤੇ we can use verbal questioning. You might have heard the name of Socrates. Socrates has given the best method to teach question answering method. ਜਦੋਂ Socrates ਨੂੰ ਬਹੁਤ ਕੁਝ ਪਤਾ ਵੀ ਹੁੰਦਾ ਸੀ ਕਿ this is right or this is wrong, even then ਉਹ ਬਾਜ਼ਾਰ 'ਚ ਜਾਂਦਾ ਸੀ, people ਨਾਲ ਗੱਲ ਕਰਦਾ ਸੀ ਕਿ ਮੈਂ ਇਹ ਸੋਚ ਰਿਹਾ ਕਿ ਇਹ ਸਹੀ ਹੈ ਜਾਂ ਗਲਤ ਹੈ. He was taking views of the audience or the people. ਉਹਦਾ purpose ਕੀ ਸੀ ਕਿ ਜੋ ਉਹਨੂੰ confirm ਵੀ ਸੀ ਉਸ ਚੀਜ਼ ਨੂੰ ਵੀ ਉਹ ਹੋਰ confirmation ਚਾਹੁੰਦਾ ਸੀ, different views ਚਾਹੁੰਦਾ ਸੀ, the participation of those people ਜਿੱਥੇ ਉਹਨਾਂ ਨੇ ਉਸ ਚੀਜ਼ ਨੂੰ apply ਕਰਨਾ ਹੁੰਦਾ ਸੀ. So we can use that particular beautiful method, that is a question answering. एक सवाल तुम करो, एक सवाल मैं करूं, हर सवाल का जवाब फिर एक सवाल हो. That is the beautiful process in teaching learning process. If we have made this type of environment
in our classroom or in our video lessons. If you are preparing a video lesson, there are some tools through which you can add question in your videos. You can make your video interactives. You can search on Google. One tool is H5P. If you are preparing your video lesson, you can make it interactive by using the H5P. For example, you are using chemistry, कोई process दिखा रहे हो chemistry दी lab दी, किस तरह अलग-अलग chemicals move करते हैं. You can take a diagram and edit it through H5P and ask student to perform on these points. Unless or until बच्चे उस diagram पे अपने responses नहीं देंगे, they cannot go ahead. So you can make your videos also interactive. Then the different kind of problem or exercise you will give your students to promote their thinking process. And the last one is any experience sharing ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਜੋ ਲਾਈਵਲੀ ਹੋਵੇ, ਜੋ ਬੱਚੇ ਦੇ ਲਾਈਕ ਕਰਦਾ ਹੋਵੇ, ਜਿਹਦੇ ਨਾਲ ਪਰਪਸ ਕੀ ਸੋਲਵ ਹੋ ਜਾਏਗਾ ਕਿ ਸਾਡੇ ਟੌਪਿਕ ਨਾਲ ਸਾਡੀ ਵੀਡੀਓ ਨਾਲ ਬੱਚਾ ਜੁੜ ਸਕੇ, ਸਾਡੇ ਲੈਸਨ ਨਾਲ ਜੁੜ ਸਕੇ. That is a set in action. Then second important point is, I skipped one word, the handouts and AV material. We know that we have 5 sense organs, and when we are using these 5 sense organs properly, then the learning is maximum. If we are now time, we are using 2 sense organs. One is you are watching the screen, the PowerPoint presentation, and another one is my audio. So we are using the 2 sense organs simultaneously. One is a visual, another one is a auditory. When we add another 3 dimensions of sensation or perception जो ਅਸੀਂ ਕਹਿ ਰਹੇ ਹਾਂ, ਉਹਨੂੰ ਜਦੋਂ ਅਸੀਂ ਇਹਦਾ use ਕਰਾਂਗੇ, then our learning will be more effective. Teaching and learning will be more effective. ਉਹਦੇ ਵਾਸਤੇ ਇੱਕ purposeful ਤਰੀਕੇ ਨਾਲ ਅਸੀਂ ਉਹਨੂੰ involve ਕਰ ਸਕਦੇ ਹਾਂ. That is called AV material, audio visual material. What is the audio visual material and why audio visual material is required in our lessons or in our videos? This is one diagram. You can Google it. This is basically Dale's cone of experience. You can note down DALES, Dale's cone of experience. We come across different type of audiovisual aids. Dale have organized all the audiovisual aids into one structure, which is called Dale's cone of experience. You can see in this triangle, there is read, where we are using only our eyes, 10% of what they read. Kinna wo remember karde hai. In this diagram, here you are seeing the word people generally remember and people are able to learning outcome. These are the 2 dimensions side by side. One, कि ਜਦੋਂ रीड करते हैं किन्ना लर्न करते हैं किन्ना retain रहता उन्हों दा 10%. ਜਦੋਂ कुछ सुनते हैं किन्ना retain रहता 20%. ਜਦੋਂ ਤੁਹਾਡੀ ਵੀਡੀਓ ਦੇਖ ਰਹੇ ਆ ਜਾਂ ਇਮੇजेस ਥਰੂ ਦੇਖ ਰਹੇ ਆ then 30%. ਜੇ ਤੁਸੀਂ ਉਹਨਾਂ ਨੂੰ ਕੋਈ ਡੈਮੋਨਸਟ੍ਰੇਟ ਕਰਕੇ ਦਿਖਾ ਰਹੇ ਹੋ ਜਾਂ ਕਿਸੇ ਨਾ ਕਿਸੇ ਸਾਈਟ ਤੇ ਲੈ ਕੇ ਜਾ ਰਹੇ ਹੋ 50%. ਜੇ ਹੈਂਡਸ ਔਨ ਐਕਸਪੀਰੀਅੰਸ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਦਾ ਕੰਮ ਦਿੱਤਾ ਬੱਚੇ ਨੂੰ ਜਿੱਥੇ ਬੱਚਾ ਖੁਦ ਕੋਲੈਬੋਰੇਟ ਕਰਕੇ ਉਸ ਕੰਮ ਨੂੰ ਕੰਪਲੀਟ ਕਰ ਰਿਹਾ then 70%. ਜੇ ਬੱਚਾ ਖੁਦ ਐਕਸਪੀਰੀਅੰਸ ਲੈ ਰਿਹਾ then 90%. this is the ratio ਕਿ ਜਿਹੜੀ ਰਿਸਰਚ ਬੇਸਡ ਹੈ ਕੋਈ ਸੈਲਫ ਮੇਡ ਫਿਗਰਸ ਨਹੀਂ. these are the research based figures ਕਿ remembering ਜਾਂ retention ਤੇ ਕੀ ਇਫੈਕਟ ਪੈਂਦਾ ਜਦੋਂ ਅਸੀਂ different kind of audio visual aid use ਕਰਦੇ ਹਾਂ. This is very important aspect. Whenever we are planning a lesson, we should give due importance to different type of audio visual aids to make our lesson more effective. Then comes the introduction to the topic. This is a very important aspect. Whenever we teach a lesson through face-to-face mode or through online mode, the first few minutes, the bell beginning is half done. We know this statement very much. ਜਦੋਂ ਅਸੀਂ ਕੋਈ lesson teach ਕਰ ਰਹੇ ਹਾਂ either online or offline, the first starting point is very important. The student get attracted toward your lesson if your introduction is well framed.
ਹੁਣ ਇੰਟਰੋਡਕਸ਼ਨ ਦੀ ਐਗਜ਼ਾਮਪਲ ਕੀ ਲੈ ਸਕਦੇ ਹਾਂ, ਵੀ ਸੀ ਦ ਟ੍ਰੇਲਰਸ ਆਫ ਦ ਮੂਵੀਜ਼। ਸਮਟਾਈਮ ਦ ਟ੍ਰੇਲਰ ਇਜ਼ ਸੋ ਕੈਚੀ ਕਿ ਅਸੀਂ ਉਹ ਟ੍ਰੇਲਰ ਨੂੰ ਦੇਖ ਕੇ ਡਿਸਾਈਡ ਕਰ ਲੈਂਦੇ ਆ ਕਿ ਵੀ ਵਿਲ ਸੀ ਅ ਮੂਵੀ। no doubt nowadays this thing is debarred from all of us ਕਿ ਅਸੀਂ ਉਹ ਥੀਏਟਰ ਦੇ ਵਿੱਚ ਜਾ ਕੇ ਉਸ ਨੂੰ ਨਹੀਂ ਦੇਖ ਸਕਦੇ, ਲੇਕਿਨ ਪਿਛਲੇ ਟਾਈਮ ਦੇ ਸਾਡੇ ਐਕਸਪੀਰੀਐਂਸਸ ਨੇ ਕਿ ਸਮ ਟਾਈਮ ਇੱਕ ਟ੍ਰੇਲਰ ਤੁਹਾਨੂੰ ਥੀਏਟਰ ਤੱਕ ਲੈ ਗਿਆ, ਲੇਕਿਨ ਉਹ ਮੂਵੀ 'ਚ ਇੰਨਾ ਕੁਝ ਨਹੀਂ ਸੀ। ਬਟ ਜਿਸ ਤਰ੍ਹਾਂ ਦਾ ਟ੍ਰੇਲਰ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ, ਤੁਸੀਂ ਉਹਨੂੰ ਦੇਖ ਕੇ ਹੀ ਮੂਵੀ ਦੀ ਟਿਕਟ ਲੈ ਕੇ ਮੂਵੀ ਦੇਖਣ ਚਲੇ ਗਏ ਹੋ। ਦੈਟ ਇਜ਼ ਦਾ ਇਫੈਕਟ ਆਫ ਦਾ ਇੰਟਰੋਡਕਸ਼ਨ। ਸੋ ਜਿਸ ਤਰ੍ਹਾਂ ਦੀ ਇੰਟਰੋਡਕਸ਼ਨ ਅਸੀਂ ਸ਼ੁਰੂ ਦੇ ਵਿੱਚ ਲੈਸਨ ਨਾਲ ਦੇ ਲਾਂਗੇ, ਉਹ ਸਾਨੂੰ ਅਗਲੇ 40 ਮਿੰਟਸ ਜਾਂ 30 ਮਿੰਟ ਸਾਡੇ ਸਟੂਡੈਂਟਸ ਨਾਲ, ਸਾਡੇ ਲਰਨਰਸ ਨਾਲ ਜੋੜ ਕੇ ਰੱਖਣ ਲਈ ਬਹੁਤ ਇੰਪੋਰਟੈਂਟ ਹੈ। ਦੈਟ ਪਰਟੀਕੁਲਰ 3 to 5 minutes of our introduction of our lesson. So whenever we are planning a lesson, we should give a proper care to 3 points. One is, what is the purpose of our lesson? The second point is, what are the learning objectives of our lesson? The third point, after teaching the lesson, how you will evaluate your students? How will you know that what they have learned? How will you plan different kind of evaluation activities? These 3 things can be shared in the introductory part of your lesson. In earlier 2 or 5 minutes, you can make aware of your student in online or offline mode videos or lessons that this is the purpose of our today's lesson. Secondly, we will work on these 4 or 5 objectives of our lesson. Then after completion of the lesson, we will evaluate you people on these dimensions. So these 3 points are very key points in the introductory part. Now let's see what are the learning objectives. This is a Bloom's revised taxonomy. I think तो chat box enabled है मैम, Dr. Jasprit मैम? Are you here to? हाँ जी सर, I am here. Actually, I need to see where's the chat box. Okay, ਜੇ ਕੋਈ ਇਸ਼ੂ ਹੈ ਟੈਕਨੀਕਲ, ਕੋਈ ਗੱਲ ਨਹੀਂ, ਆਪਾਂ ਸਕਿਪ ਕਰ ਲੈਂਦੇ ਹਾਂ। I think ਜਦੋਂ ਮੈਂ ਪਹਿਲਾਂ ਜੁਆਇਨ ਕੀਤਾ ਸੀ। हाँ जी सर, हाँ सर, वही ना, I was trying to locate, पर ਮੈਨੂੰ ਲੱਗ ਰਿਹਾ ਸੀਗਾ ਕੋਈ ਗੜਬੜ ਨਾ ਹੋਵੇ, so that is why I'm fiddling. कोई इशू नहीं मैम, कोई इशू नहीं. We will have a question answering session. We will discuss in that session. No issues. Yes. So yes. I'm Thank continuing with the topic. So this is a Yes. Bloom revised taxonomy. You can easily Google it. You will find so many slides, so many YouTube videos on Bloom taxonomy. I think बहुत सारे डिग्री कॉलेजेस ਦੇ ਵਿੱਚ I'm not very much sure ਕਿ Bloom taxonomy ਕਿਸੇ ਸਿਲੇਬਸ ਦਾ ਪਾਰਟ ਤਾਂ ਡਾਇਰੈਕਟਲੀ ਨਹੀਂ ਹੈ, ਜਾਂ ਇਹਨੂੰ ਯੂਜ਼ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ, ਇਹ ਤੇ ਵੀ ਕੁਐਸਚਨ ਜ਼ਰੂਰ ਹੈ। ਕਿਉਂਕਿ Bloom taxonomy ਇੱਕ ਬਿਊਟੀਫੁਲ ਚੀਜ਼ ਹੈ ਜਿਹੜੀ ਆਲ ਓਵਰ ਦਾ ਵਰਲਡ ਐਕਸੈਪਟ ਕੀਤੀ ਗਈ ਹੈ, ਜੋ ਸਾਨੂੰ ਇਹ ਦੱਸਦੀ ਹੈ ਕਿ ਜਦੋਂ ਅਸੀਂ ਟੀਚ ਕਰ ਰਹੇ ਹਾਂ, at what level we are teaching. Bloom has done a beautiful research work and his team, the revised taxonomy ਆਈ ਆ, ਜਿੰਨੇ ਲਰਨਿੰਗ ਟਾਸਕ ਨੇ ਜਾਂ ਟੀਚਿੰਗ ਦੇ ਟਾਸਕ ਨੇ, ਉਹਨਾਂ ਨੂੰ ਡਿਫਰੈਂਟ ਪਾਰਟ ਸੇ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ, so that we can assess ourselves at what level we are teaching. For example, we are teaching at remembering level and trying to assess the student at creating level. Creating is the highest level of Bloom taxonomy and remembering is the lowest level. This is the big paradox in our teaching learning process. ਅਸੀਂ ਬੱਚੇ ਨੂੰ ਟੀਚ ਕਿਸੇ ਹੋਰ ਲੈਵਲ ਤੇ ਕਰਦੇ ਹਾਂ ਤੇ ਬੱਚੇ ਤੋਂ ਐਕਸਪੈਕਟ ਉਹਦੀ ਅਸੈਸਮੈਂਟ ਕਿਸੇ ਹੋਰ ਲੈਵਲ ਤੇ ਕਰ ਰਹੇ ਹਾਂ। ਦਿਸ ਇਜ਼ ਦਾ ਬਿਗ ਪੈਰਾਡੌਕਸ। ਇਹਨੂੰ ਜਿੰਨੀ ਜਲਦੀ ਅਸੀਂ ਰਿਜ਼ੋਲਵ ਕਰੀਏ, ਉਨੀ ਜਲਦੀ ਅਸੀਂ ਜੋ ਫਾਸਟ ਚੇਂਜਿੰਗ ਵਰਲਡ ਹੈ ਉਹਦੇ ਨਾਲ ਮੈਚ, ਆਪਣਾ ਪੇਸ ਨੂੰ ਮੈਚ ਕਰ ਪਾਵਾਂਗੇ। ਸੋ ਫਸਟ ਆਫ ਆਲ ਵੀ ਸ਼ੁੱਡ ਟਰਾਈ ਟੂ ਅੰਡਰਸਟੈਂਡ ਵਟ ਇਜ਼ ਅ ਬਲੂਮਸ ਰਿਵਾਈਜ਼ਡ ਟੈਕਸੋਨੋਮੀ। ਜਿਸ ਤਰ੍ਹਾਂ ਮੈਂ ਸਟਾਰਟਿੰਗ 'ਚ ਕਿਹਾ ਸੀ, ਇਟ ਮੇ ਨਾਟ ਬੀ ਦਾ ਪਾਰਟ ਆਫ ਯੂਰ ਸਿਲੇਬਸ, but it is definitely a part of your professional growth. In orientation courses, in refresher courses, so many times these type of topics are introduced, but we are not very much familiar and using at grassroots level. So this is the taxonomy of cognitive objective. It was initially developed in 1950, so 70 years back. 70 ਸਾਲ ਪਹਿਲਾਂ ਬਣਾਈ ਸੀ ਬਲੂਮ ਨੇ, ਜਿਹਨੂੰ ਅੱਜ ਤੱਕ ਵੀ
ਈਚ ਐਂਡ ਐਵਰੀ, ਜਦੋਂ ਹੁਣ ਤੁਸੀਂ ਜਿੰਨਾ ਕੰਟੈਂਟ ਦੇਖੋਗੇ, ਸਵੈਮ ਦਾ ਕੰਟੈਂਟ ਦੇਖੋਗੇ ਜਾਂ ਯੂਜੀਸੀ ਜੋ ਲਾਂਚ ਕਰ ਰਹੀ ਹੈ, each and every content is following Bloom taxonomy. Whenever we have to submit a plan for any MOOC course or any online teaching material, we have to design it as per the Bloom taxonomy. So then third one is one of the most universally applied taxonomy. It provides a way to organize thinking skills into 6 levels. As I have just discussed with you people, the starting from the remembering and going to the creation level, there are 6 levels. In 1990s, Anderson has revised the taxonomy. As a result, a number of changes were made. So here I will discuss only the revised taxonomy. This is the Bloom taxonomy. You can see here, it starts from the lower end, that is called remembering. Whenever we are teaching by using the lecture method, where we are concentrating how to recall information or recognize one thing, listing, describing, naming, finding. When these type of activities are focused in our classroom teaching, then we are at the remembering level. The common method to deal with this lower level of Bloom taxonomy is a lecture method, because lecture is focusing on these things. The student can recall the information, student can list, student can describe, student can name, student can find the same thing. So these are the activities at the lowest level. Then comes the understanding. When you ask your student, explain the ideas, give the causes, explain the relationships, classify these things in one category and another category. Now the student can only classify and explain if he or she has the understanding of the topic. That is the second level, understanding. The common method, teaching method we use at this level is discussion method, question answering method. These are the common method used at understanding level. Then comes the applying. First of all, we remember, then we understand, then we apply that particular information which we have understood, ਜਿਹਨੂੰ ਅਸੀਂ ਚੰਗੀ ਤਰ੍ਹਾਂ understand ਕਰ ਚੁੱਕੇ ਹਾਂ, then we can apply this thing into the practical situation. Then next thing is analyzing. ਕਿਸ ਤਰ੍ਹਾਂ ਅਸੀਂ ਕਿਸੇ ਚੀਜ਼ ਨੂੰ ਐਨਾਲਾਈਜ਼ ਕਰ ਸਕਦੇ ਹਾਂ, ਉਹਦੇ ਰਿਲੇਸ਼ਨਸ਼ਿਪਸ ਨੂੰ ਐਕਸਪਲੋਰ ਕਰ ਸਕਦੇ ਹਾਂ, ਉਹਨੂੰ ਡੀਕਨਸਟਰਕਟ ਕਰ ਸਕਦੇ ਹਾਂ, ਉਹਨੂੰ ਇੰਟਰੋਗੇਟ ਕਰ ਸਕਦੇ ਹਾਂ. ਸੋ ਦਿਸ ਇਜ਼ a little bit higher stage, analyzing. The next one is evaluating. How to evaluate one thing. ਇੱਕ ਪ੍ਰੋਬਲਮ ਆ ਰਹੀ ਹੈ ਸਾਡੀ ਟੋਟਲ ਸੋਸਾਇਟੀ ਦੇ ਵਿੱਚ ਕਿ ਸਾਨੂੰ ਇੱਕ ਤਰ੍ਹਾਂ ਦੇ ਥਾਟ ਪ੍ਰੋਸੈਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਚਾਹੇ ਉਹ ਸੋਸ਼ਲ ਮੀਡੀਆ, ਚਾਹੇ ਉਹ WhatsApp ਹੈ, Facebook ਹੈ, ਜਿਹਦੇ ਵਿੱਚ ਇੱਕ ਤਰ੍ਹਾਂ ਦੀ ਚੀਜ਼ ਸਾਡੇ ਸਾਹਮਣੇ ਜਦੋਂ ਪ੍ਰੈਜ਼ੈਂਟ ਹੋ ਰਹੀ ਹੈ, then we are not able to see it from a critical point of view. We are not able to see these are the positive point, these are the negative point. By comparing both the point, this is my point which is based on facts, which is based on objectivity. So these kind of things are missing in society. These kind of things are missing in our classroom. These kind of things are missing in the learning of students, because first of all, we have to understand ourselves, what is the evaluating process. Then we have to practice this thing. Then we have to plan a lesson, how to use evaluation in our classrooms, and then the students' outcome will change. The last one is creating. How to generate new ideas, new products, new design, how to construct new thing, how to produce new thing, how to invent new things. So these kind of things can only be made when our student will go through the first 5 phases. We can start with the remembering, then we should move to the understanding level, then to the applying, then analyzing, then evaluating, then creating. This journey from remembering to creating is missing in our teaching learning process. We have to do our self-analysis on these things. Whether we are using creating level, whether we are using evaluating level, we have to evaluate ourselves. Each and everyone, including me,
If we are at the lowest level, then we have to make some necessary changes in our way of teaching and in our way of whole procedure in our colleges. So I think this is a very important aspect for self-evaluation. So the upper three parts, creating, evaluating, and analyzing, also comes under the higher order thinking skills. These are the very common point nowadays. Lower order thinking skills and higher order thinking skills. Every document of the national body or the new education policy is talking about these things. We have to develop higher order thinking skills, the analysis, the evaluation, and the creation. These are the three processes which are dealing with the higher order thinking skills. This is one example. How we can move from why to how. For example, ਸਾਡੇ ਸਾਹਮਣੇ ਇੱਕ ਕੁਐਸਚਨ ਹੈ ਕਿ ਡੂ ਯੂ ਨੋ ਵਾਟ ਕਲਾਈਮੇਟ ਚੇਂਜ ਇਜ਼। ਜੇ ਸਾਡੇ ਮਾਈਂਡ ਦੇ ਜੇ ਸਾਡੇ ਪੇਪਰਸ ਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੇ ਵਰਡ ਯੂਜ਼ ਹੋ ਰਹੇ ਨੇ when we are at the lower level, do you know what climate change is? ਪਹਿਲਾ ਲੈਵਲ। ਜੇ ਅਸੀਂ ਸੈਕੰਡ ਲੈਵਲ ਤੇ ਵਿੱਚ ਜਾ ਰਹੇ ਹਾਂ, that is only what क्लास चल रही remembering. Do you know what climate change is? And the second point, नहीं why means what are the three causes of climate change? Ma'am, my voice is audible or not? Yes, sir. Okay, ma'am, fine. Yes, sir. Sorry, Am I sir. audible, ma'am? Yes, sir. You are audible. Please kindly note. ਜਿਹੜੇ ਦੁਬਾਰਾ ਤੋਂ ਰੀਜੁਆਇਨਿੰਗ ਜਿਨ੍ਹਾਂ ਦੀ ਹੁੰਦੀ ਹੈ ਉਹ ਕਾਈंडली प्लीज नोट ਕਰਨ। बहुत शोर ਪਿੱਛੋਂ ਹੁੰਦਾ ਹੈ और डिस्टरबेंस बहुत हो रही है। ਆਪਣੇ ਮਾਈਕ ਨੂੰ ਜੇ ਬਾਈ ਚਾਂਸ ਅਨਮਿਊਟ ਹੈ ਤਾਂ ਉਹਨੂੰ ਮਿਊਟ ਜ਼ਰੂਰ ਕਰ ਲੈਣ। ਥੈਂਕ ਯੂ। Madam, sorry to interrupt everyone. I have shared the YouTube link in the group. Anyone, instead of rejoining the group, kindly you can view through the YouTube also. Should I continue, ma'am? Sir, yeah, sir, please. Sorry, Okay, fine. This is a simple example how we can move from what to how. The basic is ਜਦੋਂ ਅਸੀਂ ਪਹਿਲਾ question ਕਰ ਰਹੇ ਹਾਂ ਕਿ do you know what climate change is? It is at the lowest level, at the remembering level. Then the second level is what are the three causes of climate change? ਜੇ ਅਸੀਂ ਉਸ question ਨੂੰ ਥੋੜਾ ਜਿਹਾ deep ਲੈ ਕੇ ਜਾ ਰਹੇ ਹਾਂ, ਜਦੋਂ ਹੁਣ second question raise ਹੋ ਰਿਹਾ, it is dealing with the why. What are the three causes of climate change? ਥੋੜਾ ਜਿਹਾ ਪਹਿਲੇ ਤੁਸੀਂ second step ਤੇ ਪਹੁੰਚੇ। The third question is very important. Why do some claims that climate change is the biggest crisis facing this generation? ਹੁਣ ਅਸੀਂ ਕਿੱਥੇ ਤੱਕ ਪਹੁੰਚੇ ਹਾਂ? What to why ਤੱਕ. This is the only journey from what to why. Then we have to think of how to move why to how. So this is the simple procedure ਕਿ ਜਦੋਂ ਅਸੀਂ start ਕਰਦੇ ਹਾਂ, we start with the remembering level, then ਅਸੀਂ ਥੋੜਾ ਜਿਹਾ understanding ਤੇ, then applying, then analyzing, then so on ਕਿ ਅਸੀਂ creation level ਤੱਕ ਜਾਣਾ। ਜਦੋਂ ਅਸੀਂ creation level ਤੇ ਜਾਵਾਂਗੇ, then our question will be how can you design this thing? How can you modify this process? ਜਦੋਂ ਸਾਡੀਆਂ evaluation process ਦੇ question how ਚ convert ਹੋਣ ਲੱਗ ਜਾਣਗੇ, then we are at a proper stage where we are using the higher order thinking skills. Then we are coming back to our topic, that is introduction to the topic. ਜਿਹਦੇ ਵਿੱਚ 3 point discuss ਕੀਤੇ ਸੀ: purpose, learning objectives and real learning outcomes. ਜਿਹਦੇ ਵਿੱਚੋਂ ਹੁਣੇ ਅਸੀਂ last 3 slide ਦੇ ਵਿੱਚ we have tried to explain what are the learning objective and what is Bloom taxonomy. Please remember one thing, that these webinar or these meetings are just a path. We are discussing some topics like Bloom taxonomy. We can spend 4, 5, 6, 7, 10 days workshop on Bloom taxonomy. These are just hints. Every teacher can take
the help of different resources available free of cost on various platforms and explore these things in detail, the learning objectives and Bloom taxonomy, how to frame objective, how to write objective. These kind of things will help a lot in a qualitative improvement of our teaching learning process. Then comes the organization, how to organize our lessons, how to organize our classroom. We have to plan these things. We have to select an appropriate methodology as per our objective. ਜਿਸ ਤਰ੍ਹਾਂ ਦੇ ਤੁਹਾਡੇ objective frame ਕੀਤੇ ਨੇ, ਜਿਸ ਤਰ੍ਹਾਂ ਆਪਾਂ ਪਹਿਲੇ slide 'ਚ discuss ਕਰਕੇ ਆਏ ਹਾਂ, we have to decide whether our objective are at the remembering level or understanding level or at reflection level. ਜਿਸ ਤਰ੍ਹਾਂ ਦੇ ਸਾਡੇ objective ਹੋਣਗੇ, ਜੇ ਅਸੀਂ creation level ਦੇ objective ਬਣਾਏ ਨੇ, then we have to think of those strategies which can involve student to think out of the box, to do something extra, to create or to design something new. So we have to plan proper methodology which is matching with our objectives. Then the sequence of activities. We have to plan on our notebook, on our diary, on our computer, how we will proceed from first step to last step. Which topic will be discussed at first stage, through which medias, which topic will be discussed at second stage, through which media, and why we are selecting that particular sequence. We must have the logical reasons that this topic should come first, this topic should come second. Sometime in every subject, there is a hierarchical nature of the content. We have to see that hierarchical nature of the content and plan our activities. The third one is the time management. It is very important thing that we must have the time management in our lesson plan. कि ਅਸੀਂ ਕਿੰਨੇ ਟਾਈਮ ਤੱਕ ਪਲਾਨ ਕੀਤਾ। ਜਿਸ ਤਰ੍ਹਾਂ ਜੇ ਤੁਸੀਂ ਆਨਲਾਈਨ ਲੈਸਨਸ ਪਲਾਨ ਕਰਦੇ ਆ, ਵੀਡੀਓ ਲੈਸਨਸ, ਉਹਨਾਂ ਦੀ ਨਾਰਮਲ ਜੋ ਬੱਚੇ ਦੀ ਅਟੈਂਸ਼ਨ ਟਾਈਮ ਹੈ that is 10 to 15 minutes. ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਥਰੂ ਜੋ ਸਵਯੰ ਤੇ ਪੋਰਟਲ ਤੇ ਲੈਕਚਰਸ ਪਏ ਸੀ, ਇਨੀਸ਼ੀਅਲੀ they have 30 to 40 minute time slot, 25 to 30, 30 to 40. ਲੇਕਿਨ ਜਿਸ ਤਰ੍ਹਾਂ ਉਹਨਾਂ ਨੂੰ ਫੀਡਬੈਕ ਆਈ ਕਿ ਆਨਲਾਈਨ ਲਰਨਿੰਗ ਦੇ ਵਿੱਚ ਜੋ ਮੈਕਸਿਮਮ ਟਾਈਮ ਹੈ ਬੱਚਾ ਸਪੈਂਡ ਕਰ ਸਕਦਾ, that is 10 to 15 minutes. So we can plan our time as per the requirement. We are planning lesson for online teaching or for the offline teaching. So you must have some plan in writing that this lesson will go on online mode and this lesson will go in offline mode. Then how to stimulate the interest of the students in the lesson. This is very important. We have discussed in starting that introductory part is very important to attract the attention of the student. So, first they are in your class, you have been successful to attract their attention, but now the next task is to maintain that attention, maintain that receptive level of your students. How to maintain? By stimulating. किस तरह stimulate कर सकते हैं? You can give proper stress or emphasis on the important point of your lessons. Then you can share relevant personal experience with your students. These kind of things make your lesson lively. Otherwise, if we are teaching the same things which are in books, then our classroom becomes the dull classroom. And especially in online mode, they will not listen only facts. You have to build a story. I would like to make one example. This is not an advertisement of any channel. There is one YouTube channel, Drishti. It has many number of subscribers, many number of views. Many people use that channel. This channel is available in Hindi medium and in English medium. Basically, the person who is in charge of that Drishti IS coaching center, few months back, I was a little bit confused about the article 370. What is 370? Who is responsible now? And many years back about 370. So I searched so many places. I Googled it.
but I was not able to frame a proper my viewpoint. Okay, what is 370? What is the role of different governments in 70 years back and now? Then I came across that particular lesson on Drishti IS YouTube channel. That is, I think, 2 hours and more than 2 hours discussion or a lecture on Article 370 in Hindi medium. I listened in a Hindi version. That lecture was like a story. You are watching a 2 hour movie. That was very interesting. I started it around 11:40 p.m. and you can imagine that 2 hours the lesson जिन्ना चਿਰ खत्म नहीं होया, I was on my mobile to complete the lesson like completing a movie. So this is a live example how we can use personal experiences, how we can use live examples in our teaching learning process to stimulate the interest of the students. Then another one example of live experiences, you will be very much familiar with the word name Nilesh Mishra. Nilesh Mishra ki kahaniyan. Sometime these people can give us a very good idea how to stimulate our student. जिस वे नाल जिस अंदाज दे नाल अंदाजे बयां बदल देता है रंगे तस्वीर, लफ्जों की कोई अपनी जुबान नहीं होती. सो जिस तरह नलेश मिश्रा अपनी स्टोरी सुनाਉਂਦਾ ਹੈ ਜਾਂ ਸਟੋਰੀ ਬੁਣਦਾ ਜਾਂ ਸਟੋਰੀ ਕ੍ਰੀਏਟ ਕਰਦਾ, that is marvelous. ਤੁਸੀਂ ਕੀ ਕਰ ਰਹੇ ਹੋ? ਤੁਸੀਂ ਰੇਡੀਓ ਤੇ ਸਰੋਤਾ ਹੋ, ਰੇਡੀਓ ਤੇ ਬੈਠੇ ਸੁਣ ਰਹੇ ਹੋ, but the way of telling the story is like that you are a part of that story. So that kind of live experience, live examples can be created in our classroom to make teaching learning process more effective, more lively, more motivational. So we have to plan this thing. ਸਾਨੂੰ ਪਹਿਲਾਂ ਤੋਂ ਡਿਸਾਈਡ ਕਰਨਾ ਪਏਗਾ ਕਿ ਅੱਜ ਦੇ ਲੈਸਨ 'ਚ ਇਹ ਐਗਜ਼ਾਮਪਲ ਬੜੇ ਵਧੀਆ ਤਰੀਕੇ ਨਾਲ ਕੋਟ ਹੋ ਸਕਦੀ ਹੈ. So we can note down. This is the example I will use in today's lesson in my lesson plan. Next comes the repetition of the purposeful body movements, gestures, voice modulation, eye contact. These kind of things are the essential things to make our lesson effective. ਜਦੋਂ ਅਸੀਂ ਕੁਝ word use ਕਰ ਰਹੇ ਹਾਂ, for example, you are telling that earth is in a, what is the shape of earth? When you are explaining the shape of earth, your hands should move as you are explaining the shape. If you are talking about the sky, your hand should go upward. If you are talking about the earth, your hand should go downward. So these kind of body movements, your gestures with your students, voice modulation really work in wonders when we are using in classroom. So to use these things, we have to keep in our mind, in our lesson plan, that today we can use this kind of body movement to attract the attention of the student. So जिस तरह से चैनल कोई टीवी ਦੇ ਉੱਤੇ ਸੀਰੀਅਲ ਦੇਖਦੇ ਆ ਜਾਂ ਕੋਈ ਮੂਵੀ ਦੇਖਦੇ ਆ, ਉਹ ਇਸ ਤਰੀਕੇ ਨਾਲ ਪਲਾਨ ਕਰਦੇ ਆ ਕਿ ਕਿਵੇਂ ਇਮੋਸ਼ਨ ਚੇਂਜ ਹੋ ਜਾਣ, ਕਿਸ ਤਰ੍ਹਾਂ ਸੀਨ ਚੇਂਜ ਹੋ ਜਾਵੇ, ਤਾਂ ਕਿ ਇੱਕ ਵਿਊਅਰ ਦੀ ਅਟੈਂਸ਼ਨ ਜਿਹੜੀ ਹੈਗੀ ਆ ਉਹ 30 ਮਿੰਟ ਲਈ ਜਾਂ 2.5 ਆਵਰ ਵਾਸਤੇ ਉਸ ਪੂਰੇ ਐਪੀਸੋਡ ਨਾਲ ਜੁੜੀ ਰਹੇ. So in a same way we can plan how our student can be stimulated by using these kind of things. You can repeat some main points. You can use audiovisual aids to ensure multi-sensory approach of the student. We have already discussed the Dale's cone of experience, which was explaining what is the importance of audio-visual aids. Then comes the reinforcement. Again, the psychology people knows this word very much. What is the role of reinforcement or teaching learning process? We have number of psychological theories which are explaining the importance of reinforcement in our learning process. So you can use this approach in a planned way where you have to reinforce your student. What type of reinforcement to be given? That should be verbal, that should be non-verbal. What type of reinforcement you want to give? That can be positive reinforcement, that can be a negative reinforcement. What type of facts and figure can be shown? What kind of problems or exercises can be given to student to reinforce their learning?
what kind of live examples can be shared, or how their examples can be incorporated in lessons. These kind of things can be used. And last point, point number 4, making it a two-way communication by asking few questions, using some innovative techniques in teaching and evaluation. We can use different type of modes of communication to make our student interactive, to make our classrooms lively. Then comes the point, how to summarize. It is very important thing. Like uh, we have discussed about the introduction. Introduction is very important thing to start a lesson. In a same pattern, summary of a lesson is very important aspect to close a lesson. In our training colleges, we teach the school teachers or we train the school teachers how to use these kind of skills. We give names like skill of introducing the topic, skill of using audiovisual aids, skill of using stimulus variation to stimulate the interest, skill of classroom questioning, skill of reinforcement. So we have divided the teaching into different parts. Like teaching is a combination of so many skills: questioning, explanation, discussion, reinforcement, summarizing, closing the lesson, use of audiovisual aid. So we people in the education colleges have this practice that we divide the teaching into different skills. We try to provide the training on each skill, how to introduce your topic, how to summarize your topic, and then student is supposed to use the integration of these skills into a teaching learning process. So one important aspect that we can take from that concept of micro teaching skills is a summarizing. Whenever we teach a lesson, whenever we teach an online or offline class, we must summarize it properly. Like we have taken 2 to 5 minutes for the introduction. In the same way, we can take 2 to 5 minutes to summarize the 30-minute, 20-minute lesson. So summarize your lecture by checking whether you have explained all the learning objective you have chosen. ਜਿਵੇਂ हम कह रहे हैं कि जे ਸਾਡੇ ਕੋਲ plan ਬਣਿਆ ਹੋਏਗਾ, if we have planned or have an outline of a lesson, then we will see that in starting we have made 5 objectives. These were our 5 objectives. Then in summary, you can say that out of the 5 objectives, we have achieved our 4 objectives today and 1 is pending. So now you are summarizing the topic. Or you have completed all the 5 objectives, then you will summarize the 5 objectives that we have started the lesson with these 5 key points, and in the end we have concluded or we have done with these 5 points. Just repeat your learning objective, giving stress on main points. In this way, you can summarize your lesson. All these things will not come automatically. I know many of the respected staff members are very much experienced. They are knowing teaching from many years, but there is a change. Change is the law of nature. We have to adjust with the change. Like ਜੋ ਅਸੀਂ 20 ਸਾਲ ਪਹਿਲਾਂ ਕਾਰ ਯੂਜ਼ ਕਰ ਰਹੇ ਸੀ, ਅੱਜ ਉਹ ਅਸੀਂ ਕਾਰ ਯੂਜ਼ ਨਹੀਂ ਕਰ ਰਹੇ. ਲਾਈਕ ਜੋ 10 ਸਾਲ ਪਹਿਲਾਂ ਅਸੀਂ ਮੋਬਾਈਲ ਯੂਜ਼ ਕਰ ਰਹੇ ਸੀ, ਉਹ ਮੋਬਾਈਲ ਅਸੀਂ ਨਹੀਂ ਯੂਜ਼ ਕਰ ਰਹੇ. ਜੋ 10-15 ਸਾਲ ਤੁਹਾਡੇ ਘਰ ਦੇ ਇਕਵਿਪਮੈਂਟਸ ਯੂਜ਼ ਕਰ ਰਹੇ ਸੀ, ਉਹ ਅਸੀਂ ਅੱਜ ਨਹੀਂ ਯੂਜ਼ ਕਰ ਰਹੇ. It means the scenario is changed. The world is changing at a fast rate. So we have to make pace with the world in our teaching learning process too. We have to make some minor changes. At this particular point, I would like to mention that there is a need of synchronization between the experienced person and the new entrants. Like a person is entering into the teaching profession. I'm taking the example of your college. For example, one senior professor is in the age bracket of 55 years. And one person is entering in the college in the age of 30 years, in the age of 25 to 30 bracket.
Now, if there is a gap between these two age brackets, 55 to 60 and 25 to 30, then it will become a difficult task to make qualitative improvement. The young person may have innovative ideas. The young person may have the more hands-on experience on ICT enabled things, but the experienced person has more knowledge, more learning experiences, more situations experiences. So if both can join hands, then it will be a wonderful collaboration for the college, for the professional growth of new entrant and the experienced faculty member. So we have to make some strategies to use this kind of collaboration in our colleges, where our experienced faculty and our new faculty can join hands with each other by giving the designations in one side and the teaching on the main platform. Then we can really do wonders in our teaching learning process, and we will definitely enjoy it. The last point is evaluating. That is very important part of your lesson. The two things should be synchronized. One is your objectives, starting जो तुसी objective बनाए ने, and another thing is your evaluation procedure. जिस तरह मैं starting च किया सी, there should not be a gap. There should not be a paradox कि ਅਸੀਂ ਸ਼ੁਰੂ ਚ objective ਹੋਰ ਲੈਵਲ ਦੇ ਬਣਾਏ ਨੇ ਜਦੋਂ ਅਸੀਂ ਬਲੂਮ ਟੈਕਸੋਨੋਮੀ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ evaluation ਕਰਨ ਲੱਗੇ ਹਾਂ we are at different level, then student will be in problem. We are teaching at remembering level and trying to assess the student at evaluation level. We have to match these things. In planning a lesson, we have to decide this content will be taught through the understanding level. And for that purpose, our method should be discussion, question answering instead of using lecture method. Then our question will start with why. What are the reasons? Then how you can give the causes behind this particular process. So your question will start with the why instead of just define as given by the particular writer. Like I'm taking one example. I'm taking one example in slides also. I will share this particular thing at that particular slide also. Just a few slides more. So we have to make decision that what type of objective we have framed and what type of teaching methodology we have used to achieve those objectives and what type of evaluation strategy we are using. These three things should be clearly synchronized at same level. You can also promote self-evaluation techniques. You can also use those techniques which are reliable, valid, and objective. This is one example. Like if you are interested to teach higher order thinking skills to your students, you can make such type of questions. Like I'm taking just a very simple example from the field of history. The Babur and Akbar were about your age when they become rulers. Imagine you have inherited a kingdom. क्योंकि बाबर ते अकबर स्कूल एज ਦੇ ਵਿੱਚ ਰਾਜਾ ਬਣਨ ਦਾ ਕਿੰਗਡਮ ਸੰਭਾਲਣ ਦਾ ਮੌਕਾ ਮਿਲਿਆ। ਜੇ ਹੁਣ ਅਸੀਂ ਇਹ ਆਪਣੇ ਬੱਚਿਆਂ ਤੱਕ ਇਹ ਕੁਐਸਚਨ ਲੈ ਕੇ ਜਾਣਾ ਹੋਵੇ then we can easily ask them how would you make your kingdom stable and prosperous। ਜੇ ਬਾਬਰ ਤੇ ਅਕਬਰ ਨੂੰ ਉਸ ਟਾਈਮ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਮਿਲੀਆਂ ਜਿੱਥੇ ਉਹਨਾਂ ਨੇ ਕਿੰਗਡਮ ਨੂੰ ਅੱਗੇ ਲੈ ਕੇ ਜਾਣਾ ਸੀ ਜਾਂ ਕਿੰਗਡਮ ਨੂੰ ਅੱਗੇ ਚਲਾਉਣਾ ਸੀ then how they have planned ਇਹ ਪੜਾਉਣ ਦੀ ਬਜਾਏ we can give one task to students. They will tell you how would you make your kingdom stable and prosperous. So for finding the answer of this question, they have to search the different historical things about Babur and Akbar, the contemporary person related with that time, contemporary events at that time. So we can make our students self-learner. They can understand. This is a very light example we can use in each subject, in computer science, in fine arts, in different languages, social science, sciences. We can frame so many questions.
with the why, with the how, with the describe, with the design this thing, with interpret. When we are using these action verb, design, collaborate, interpret, these are the higher order thinking skills. One cannot design unless he has the understanding of a topic, he have used it and he have analyzed it. He or she cannot design a new thing. For designing a new thing, he or she must have the competencies required to design a particular thing. The most required material or tools, equipments, gadget for good lessons. ਤੁਹਾਡੇ ਮਾਈਂਡ 'ਚ ਕੁਝ ਸਵਾਲ ਉੱਠਦੇ ਹੋਣਗੇ, ਤੁਹਾਡੇ ਮਾਈਂਡ 'ਚ ਕੁਝ ਪ੍ਰਸ਼ਨ ਆਏ ਹੋਣਗੇ ਕਿ ਕੀ ਹੋ ਸਕਦੀਆਂ ਨੇ ਮੋਸਟ ਰਿਕੁਆਇਰਡ ਥਿੰਗਸ। ਉਹਨਾਂ ਨੂੰ ਮਾਈਂਡ ਦੇ ਵਿੱਚ, ਕਿਉਂਕਿ ਚੈਟ ਬਾਕਸ ਅਨੇਬਲ ਨਹੀਂ ਹੈ, ਅਦਰਵਾਈਜ਼ ਅਸੀਂ 2-3 ਵਾਰੀ ਇੰਟਰੈਕਸ਼ਨ ਕਰ ਲੈਣੀ ਸੀ ਇਹਨਾਂ ਚੀਜ਼ਾਂ ਤੇ। ਦੈਨ ਯੂ ਕੈਨ ਨੋਟ ਡਾਊਨ ਫਿਊ ਪੁਆਇੰਟਸ ਕਿ ਮੇਰੇ ਮਾਈਂਡ 'ਚ ਆਹ ਪੁਆਇੰਟਸ ਆਏ ਨੇ ਜਾਂ ਇਹ ਇੰਪੋਰਟੈਂਟ ਥਿੰਗਸ ਨੇ ਕਿਸੇ ਵੀ ਲੈਸਨ ਪਲਾਨ ਨੂੰ ਬਣਾਉਣ ਲਈ ਜਾਂ ਉਸ ਲੈਸਨ ਪਲਾਨ ਦੀ ਆਊਟਲਾਈਨ ਬਣਾਉਣ ਲਈ, ਜੋ ਲੈਸਨ ਮੈਂ ਆਪਣੇ ਫੇਸ ਟੂ ਫੇਸ ਮੋਡ ਜਾਂ ਆਨਲਾਈਨ ਮੋਡ ਦੇ ਵਿੱਚ ਟੀਚ ਕਰਨਾ। I will add 2 more points. The one is your positive attitude, which is a very important thing. Anything can be done with a positive attitude. So if we have a negative attitude toward a particular innovation or a particular technique, then we will find all the negative points about that. And if we have a positive attitude, then the energy will be on the positive side. We will try to explore Bloom taxonomy. We will try to explore Dale's cone of experience. We will try to explore some lesson plan of some good institutes at higher education level. So we will try move on the positive side. So this is one thing, that first of all, we need a positive attitude. The second one is a determination. No doubt, when you try something new, you will face some hurdles, you will face some problems. You need a proper determination to go ahead in the journey of transforming yourself. Okay, yes, I have decided I have to improve myself, because now it is not a choice to improve our teaching learning process or making it public. It is not our choice, it is now a compulsion. You have to change according to the situations. Otherwise, after the corona pandemic, it will be difficult to stand before the class. The reason being, the student in this corona pandemic has gone through various kind of experiences, various kind of resources. Now they will compare our teaching with those resources, those different interactive modes. Then we will be in some kind of problem. For making the work easy, we can collaborate with each other. We can use cooperative learning methods. We can use team teaching. We can use different type of innovative techniques like flipped classroom. You can give 20-minute lesson on YouTube video or a particular video through the learning management system, and give a proper assignment to your students to work on that particular video. That is a blended mode of learning. ਤੁਸੀਂ ਉਦੋਂ ਬਾਅਦ ਉਹਦੀ ਫੇਸ ਟੂ ਫੇਸ ਇੰਟਰੈਕਸ਼ਨ ਕਰ ਲਈ ਹੈ, ਆਨਲਾਈਨ ਰਿਸੋਰਸ ਬੱਚੇ ਨੂੰ ਸ਼ੇਅਰ ਕਰਤਾ ਦੇਖਣ ਵਾਸਤੇ, ਬੱਚੇ ਨੇ ਉਹਦੇ ਬੇਸ ਦੇ ਉੱਤੇ ਇੱਕ ਡਿਸਕਸ਼ਨ ਬਣਾ ਲਈ ਹੈ ਜਾਂ ਅਸਾਈਨਮੈਂਟ ਬਣਾ ਲਈ ਹੈ। then in face to face mode you are discussing that particular learning outcomes of that video. So we are using blended mode. So these kind of techniques we have to learn. ਲਾਈਕ ਜੇ ਕਰੋਨਾ ਪੈਂਡੈਮਿਕ ਤੋਂ ਬਾਅਦ ਕਲਾਸਿਸ ਨਾਰਮਲਾਈਜ਼ ਵੀ ਹੁੰਦੀਆਂ ਨੇ, ਤਾਂ ਗਵਰਨਮੈਂਟ ਪਹਿਲਾਂ ਪਲਾਨ 'ਚ ਜਾਏਗੀ 2 days ਕਲਾਸਿਸ, 2 days ਵੀਕ ਇੱਕ ਬੱਚੇ ਵਾਸਤੇ, ਉਹ ਰੋਟੇਸ਼ਨ ਦੇ ਵਿੱਚ ਬੱਚੇ ਆਉਂਦੇ ਨੇ। then we have to use these kind of blended learning, flipped classroom, these kind of techniques for 6 months or 1 year or 1.5 years. Nobody knows the future. Then you can take help of some subject expert. You can also take help of your some of your students who can help you people. This is a big task when we are preparing a lesson on YouTube or online. What kind of things we should keep in mind? Whenever you are preparing an instruction video, this is the
a chart which is very important, where we can record different lessons. You can see X recorder, Screencast-O-Matic, screen recorder, FreeCam, Screen Classify, where you can record your lessons. You can use your laptop webcam, mobile phone, DSLR, camcorder to record your videos. Here in the right hand side, you are seeing different kind of right upper side, different software which you can use to edit your videos. And then in the lower right hand side, the various important setup you need to record a video: proper lighting system, proper positioning, proper landscape, then different type of uh, videos that can be a short 5 minute, 5 to 10 minute, demonstration 5 to 10 minute, long more than 15 minutes. Then how to make your video interactives by using F5P puzzle, Edpuzzle. For all these things, you must have a written format, the written plan. How will you use these things? Or before recording a lesson, you need a proper script. Like some of you might have the experience of recording at any TV channel or in any radio program. They use a proper Can script. we hear him? I think we lost. Yes, I ma'am. think we lost sir's voice. Hello. Are you there, sir? Yes, ma'am. Yes, we are listening. Should I continue, ma'am? Preeta? Should I continue, ma'am? Jasprit ma'am, yes, sir, voice is audible. Okay, fine, ma'am. Fine, ji, fine. Then I am sharing one screen. ਜਦੋਂ ਮੈਂ ਕਿਹਾ ਸੀ ਕਿ ਪੋਜ਼ਿਟਿਵ ਐਟੀਟਿਊਡ ਤੇ ਡਿਟਰਮੀਨੇਸ਼ਨ ਦੀ ਲੋੜ ਹੈ, that means you do not need any type of particular studio to record your lessons. A simple things can be used. This is a simple studio where I use at my home. I have prepared one MOOC of 4 weeks that is just completed a day before. I have recorded all my videos by using these simple instruments. I have only a simple mobile, a small stand. I'm using these simple things to record my lessons or my videos. And you can also use these kind of available resources to record your videos in coming days. But for that, you need a proper plan. You need a proper script, what you are going to deliver to your students. Because everything, every word you have spoken is on record now. In earlier time, it was in your classroom, it was between you and your students. Now it is available online. Like if I'm speaking a word, it is live on YouTube. So I cannot change the word now. Whenever I have spoken, it is already on the web. So these kind of errors can be avoided. Do's and don'ts. Only one thing I would like to say: don't worry about perfection while starting. In starting, चाहे lesson plan बना रहे हो, चाहे record कर रहे हो video, don't worry about the perfection. Just try it with a cool mind. No one is perfect. You can start the work, you can find out the mistakes, you can find out the improvement point, you can take feedback, and you can definitely improve your performance. So don't worry about the perfection ke jinna chir perfect nahi banegi, I will not move to this direction. Then do's: practice, practice, and practice. Only practice will make you perfect. There are two question or two statements before us. Every problem has two solutions. Bhaglo. The second one is also in Hindi. Bhaglo. Run away or participate. Choice is yours. In this corona pandemic, choice is in your hands, but it is for you, your understanding. Otherwise, for rule and regulation, for departmental conditions, it is now a compulsion. The recent letter from authorities also clearly saying that you need to prepare e-content, and for preparing that e-content, you must have a proper plan in your hands to arrange each and everything step by step. So
these are the few points which I was interested to share with all of you. No doubt some of the things can be new and some of things can be a part and parcel of your curriculum or your teaching learning process. But at some places, we can take help of these new things and plan our lesson properly. So this is all from my side. Thank you very much, ma'am, for giving me a chance to share my views. And I think now you can mute everyone and they can ask question on any point related to this presentation, please. So should I stop my screen sharing, please? Yes, sir. Okay, fine. Thank you very much. Jasprit ma'am, please take over the screen now. Hello. Because Jasprit ma'am is the host. I think Jasprit ma'am will unmute the That's why. Jasprit ma'am, are you listening to us? Just a minute. Jasprit ma'am, are you listening to me? Please stop the live streaming now. Hello. Jasprit मैं ma'am, कुछ सुन मैं तो audio? स्क्रीन पे ही हूँ, but I don't know, no one can hear it, I think. हाँ, Can you hear me? लाइव स्ट्रीम स्टॉप कर दो. ਤੁਹਾਡੀ ਆਵਾਜ਼ ਨਹੀਂ, ਮੈਂ ਦੁਬਾਰਾ ਬੋਲੋ, ਮੈਂ ਤਾਂ ਤੁਹਾਨੂੰ ਫੋਨ ਤੇ ਗੱਲ ਕਰ ਰਹੀ ਹਾਂ. यस जसप्रीत मैम, ਹਜੇ ਨਹੀਂ ਸੁਣਾਈ ਦੇ ਰਹੇ. एक्चुअली जसप्रीत मैम ਨੂੰ प्रॉब्लम कोई अपने उससे लेवल ਤੇ आ गई है सर. शी इज ट्राइंग ਐਨੀ ਦੇਰ, ਜਿੰਨੀ ਦੇਰ ਤੱਕ ਜਸਪ੍ਰੀਤ ਮੈਮ ਇਸ ਪ੍ਰੋਬਲਮ ਨੂੰ ਸੋਲਵ ਕਰਦੇ ਹੈ ਸਰ ਮੈਂ ਥੋੜਾ ਸਟੇਜ ਸੰਭਾਲ ਲੈਂਦੀ ਹਾਂ ਤਦ ਤੱਕ. ਅੱਜ ਮੈਨੂੰ ਗਰਚਾ ਸਰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਜੋ ਮੈਂ ਵਿਜ਼ਨ ਲੈ ਕੇ ਚੱਲ ਰਹੀ ਸੀ, ਇਮੇਜਿਨੇਸ਼ਨ ਮੇਰੀ ਚੱਲ ਰਹੀ ਸੀ ਕਿ ਜੇ ਅਸੀਂ LMS ਸਿੱਖਿਆ ਤਾਂ ਦੈਨ ਹਾਊ ਟੂ ਗੋ ਅਬਾਊਟ ਇਟ, ਉਹਨੂੰ ਪ੍ਰੈਕਟੀਕਲੀ ਫਾਰਮ 'ਚ ਕਿਵੇਂ ਲੈ ਕੇ ਜਾਣਾ. ਅੱਜ ਤੁਸੀਂ ਸਾਡੇ ਉਸ ਆਨਸਰਸ ਦਾ ਸਾਰਾ ਜਵਾਬ ਦੇ ਦਿੱਤਾ ਹੈ. ਔਰ ਮੇਰੇ ਫੈਲੋ ਕਲੀਗਸ ਦੇ ਮਨ ਦੇ ਵਿੱਚ ਜ਼ਰੂਰ ਕੋਈ ਐਸੇ ਕੁਐਸਚਨਸ ਵੀ ਆ ਰਹੇ ਹੋਣਗੇ ਉਹ ਜੋ ਤੁਹਾਡੇ ਤੋਂ ਪੁੱਛਣਾ ਚਾਹ ਰਹੇ ਹੋਣਗੇ. ਬਟ ਜਸਪ੍ਰੀਤ ਮੈਮ ਇਜ਼ ਟਰਾਈਂਗ ਹਰ ਬੈਸਟ. ਬਲਦੇਵ ਸਰ ਜ਼ਰਾ ਪਲੀਜ਼ ਜਸਪ੍ਰੀਤ ਮੈਮ ਨਾਲ ਗੱਲ ਕਰ ਲਓਗੇ ਵੀ ਕੀ ਪ੍ਰੋਬਲਮ ਆ ਰਹੀ ਹੈ. ਔਰ ਸਰ ਮੈਨੂੰ ਸਭ ਤੋਂ ਜ਼ਿਆਦਾ ਅੱਛੀ ਚੀਜ਼ ਲੱਗੀ ਸੀ ਜਦੋਂ ਤੁਸੀਂ ਇਹ ਕਿਹਾ ਸੀ ਵੀ ਵੀ ਮਸਟ ਸ਼ਾਰਪਨ ਆਰ ਐਕਸ, ਕਿਉਂਕਿ ਬਾਰ-ਬਾਰ ਉਸੇ ਚੀਜ਼ ਨੂੰ ਕਰ ਕਰਕੇ ਤੁਸੀਂ ਕੱਟਣ ਯੋਗ ਨਹੀਂ ਰਹਿੰਦੇ ਹੈ ਤੇ ਇਹ ਸ਼ਾਰਪਨ ਕਰਨਾ ਯਾਨੀ ਸਾਨੂੰ ਆਪਣੀ ਸਕਿੱਲਸ ਨੂੰ ਸ਼ਾਰਪਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ. ਦੈਟ ਵਾਸ ਦਾ ਬੈਸਟ ਪਾਰਟ ਆਫ ਇਟ. ਔਰ ਇਹੀ ਇੱਕ ਮੋਡ ਹੈ ਕਿ ਆਪਣੀ ਸੈਲਫ ਇਵੈਲੂਏਸ਼ਨ ਦਾ. Yes, Jasprit ma'am, I can see you now. Yes. Welcome Probably back. there was some issue with my internet connection because I was unable to hear anyone. I have one humble submission that actually I have another meeting at 1 p.m. So we Okay, have sir. 8 minutes more. Okay, sir. Okay, sir. We'll finish very Yes, fast. So what I could gather from sir's lecture is like learning is on one side. What we have been listening for the last 3-4 months, that was corona case side effects. So what we heard from him is the good effects of corona. So I think it's a better side which he has shown. And such calamity, such pandemic, it has shown us a way how to take a different path and make our teaching more effective. Now I request Professor Rajiv Sahigal to kindly extend vote of thanks. किसी का कोई क्वेश्चन देखना प्लीज. Yes, you can ask any question, ma'am, for 2-3 minutes. Any Okay. question from But any we'll have side? to take, yes. Okay, sure. Anyone if hello. you can. Hanji. हाँ जी, प्रिंसिपल गर्चा, मेरा क्वेश्चन सेगा. Yes, please, sir. Am I audible? Yes, Yes, sir, you are sir. audible, sir, please.
ਹਾਂਜੀ ਦੇਖੋ ਸਕੂਲ ਚ ਟੀਚਰ ਲੱਗਣ ਲਈ ਬੀਐਡ ਕਰਨੀ ਪੈਂਦੀ ਹੈ, ਟ੍ਰੇਨਿੰਗ ਕੋਰਸ ਕਰਨਾ ਪੈਂਦਾ ਹੈ। Yes, sir. ਬਟ ਆਈ ਵਾਸ ਵੰਡਰਿੰਗ ਕਿ ਕਾਲਜਸ ਦੇ ਵਿੱਚ ਜਿਹੜੇ ਟੀਚਰ ਆਉਂਦੇ ਨੇ, ਪਾਲਿਸੀ ਮੇਕਰ ਸਪੋਜ਼ ਕਰ ਲੈਂਦੇ ਨੇ ਕਿ ਇਹਨਾਂ ਨੂੰ ਸਾਰੇ ਸਕਿੱਲਸ, ਸਾਰੇ ਟੀਚਿੰਗ ਮੈਥਡੋਲੋਜੀ ਇਹਨਾਂ ਨੂੰ ਪਤਾ ਹੀ ਹੈਗੀ ਹੈ ਕਾਲਜ ਪ੍ਰੋਫੈਸਰਸ ਨੂੰ, ਐਂਡ ਦੇ ਡੋਂਟ ਨੀਡ ਐਨੀ ਟ੍ਰੇਨਿੰਗ ਕੋਰਸ ਟੂ ਬਿਗਿਨ ਵਿਦ देयर ਕੈਰੀਅਰ। ਹੁਣ ਸਕੂਲ ਚ ਟੀਚਰ ਲੱਗਣਾ ਤਾਂ ਬੀਐਡ ਕਰੋ, ਟ੍ਰੇਨਿੰਗ ਕੋਰਸ ਕਰੋ, ਲੇਕਿਨ ਕਾਲਜਸ ਦੇ ਵਿੱਚ ਅਗਰ ਤੁਸੀਂ ਪੜ੍ਹਾਉਣਾ ਹੈ, ਹੁਣ ਦੇਖੋ ਤੁਸੀਂ ਕਿੰਨਾ ਸਾਨੂੰ ਦੱਸਿਆ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਬਾਰੇ, ਵੀ ਕਿਸ ਤਰ੍ਹਾਂ ਇਹ ਬਲੂਮ ਟੈਕਸੋਨੋਮੀ ਹੈ ਔਰ ਡੇਲਸ ਕੋਨ ਆਫ ਐਕਸਪੀਰੀਅੰਸ ਹੈ, ਇਹ ਸਕੂਲ ਦੇ ਟੀਚਰ ਨੂੰ ਤਾਂ ਪੜ੍ਹਾਇਆ ਜਾਂਦਾ, ਬਟ ਕਾਲਜਸ ਦੇ ਟੀਚਰਸ ਨੂੰ ਇਸ ਤਰ੍ਹਾਂ ਦੀ ਕੋਈ ਨੌਲੇਜ ਜਿਹੜੀ ਹੈ ਉਹ ਨਹੀਂ ਦਿੱਤੀ ਜਾਂਦੀ। ਤਾਂ ਇਹ ਜ਼ਰੂਰੀ ਨਹੀਂ ਹੈ ਪਾਲਿਸੀ ਮੇਕਰ ਦੇ ਪਾਰਟ ਦੇ ਉੱਤੇ ਕਿ ਕਾਲਜ ਪ੍ਰੋਫੈਸਰ ਲੱਗਣ ਤੋਂ ਪਹਿਲਾਂ, ਹਾਂ ਠੀਕ ਹੈ ਯੂਜੀਸੀ ਨੈਟ ਵਗੈਰਾ ਅਸੀਂ ਕਰ ਲੈਂਦੇ ਆ, ਐਮਫਿਲ ਕਰ ਲਈ, ਪੀਐਚਡੀ ਕਰ ਲਈ, ਲੇਕਿਨ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਟੀਚਿੰਗ ਮੈਥਡੋਲੋਜੀਜ਼ ਹੈ, ਇਹ ਜੋ ਨਿਟੀ ਐਂਡ ਗ੍ਰਿਟੀ ਮਤਲਬ ਕੰਪਲੈਕਸਿਟੀਜ਼ ਹੈ ਟੀਚਿੰਗ ਲਰਨਿੰਗ ਪ੍ਰੋਸੈਸ ਦੀਆਂ, ਇਹਨਾਂ ਦੇ ਬਾਰੇ ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਸੋ ਮੇਰਾ ਕੁਐਸਚਨ ਇਹੀ ਸੀਗਾ ਕਿ ਇਹ ਇਦਾਂ ਲੈਕਿੰਗ ਕਿਉਂ ਹੈਗਾ ਆ ਹਾਇਰ ਐਜੂਕੇਸ਼ਨ ਦੇ ਵਿੱਚ, ਜਦ ਕਿ ਉਹ ਸਕੂਲ ਲੈਵਲ ਦੀ ਐਜੂਕੇਸ਼ਨ ਦੇ ਵਿੱਚ ਇਹ ਟ੍ਰੇਨਿੰਗ ਪ੍ਰੋਸੈਸ ਜਿਹੜਾ ਹੈ ਉਹ ਚੱਲਦਾ ਹੈਗਾ। ਸੋ ਇਹ ਮੇਰਾ ਕੁਐਸਚਨ ਹੈ ਸੀ ਤੁਹਾਨੂੰ। Definitely your question is very relevant and pertinent ਕਿ ਜਦੋਂ ਅਸੀਂ ਸਕੂਲ ਲੈਵਲ ਤੇ ਗੱਲ ਕਰਦੇ ਹਾਂ, ਜੇ ਉੱਥੇ ਟ੍ਰੇਨਿੰਗ ਦੀ ਲੋੜ ਹੈ ਤਾਂ ਉੱਥੇ ਅਸੀਂ ਪੈਡਾਗੋਜੀਕਲ ਅਪਰੋਚ ਦੀ ਗੱਲ ਕਰ ਰਹੇ ਹਾਂ, ਹਾਊ ਟੂ ਡੀਲ ਵਿਦ ਦ ਕਿਡਸ। ਦੋ ਤਰ੍ਹਾਂ ਦੇ ਪ੍ਰੋਗਰਾਮ ਦੇ ਰਹੇ ਹਾਂ, ਐਲੀਮੈਂਟਰੀ ਸਕੂਲ ਵਾਸਤੇ ਡਿਫਰੈਂਟ, ਸੈਕੰਡਰੀ ਵਾਸਤੇ ਡਿਫਰੈਂਟ। then why not this type of 6-month 3-month course at higher education level? And UC is saying that we are organizing orientation courses, we are organizing a refresher course. They are saying that we are talking about these methodological things in 1 month, and they are enough mature that they can get all things from 1 month course. This is the biggest gap I think which is creating so much problems nowadays. We have to compete with the world, so we need such type of training from the policy level and at the grassroots level. If the policy cannot be changed in 1 day or over a night, but we can definitely write to the UC and MHRD that such type of training courses can be arranged through MOOC, massive online open courses, or some other modes where we can get a proper training of 1 month and 2 months by doing our services. So this can be a very good proposal to MHRD and AUC, sir. And sir, one thing where this is my submission also, like those syllabus jede 20 saal tak revise nahi hunde, what we have been teaching, we have been teaching all the obsolete content without understanding whether it is relevant or not relevant in today's context. So ek ta udharo hi problem hi itthon start hundi hai. So that is why when we say our students, they are not well equipped with the tools which they needed them now. So ਸਾਨੂੰ ਨਹੀਂ ਲੱਗਦਾ ਪ੍ਰੋਬਲਮ ਉੱਥੇ ਬਹੁਤ ਜ਼ਿਆਦਾ, ਉੱਥੇ ਵੀ ਵਰਕ ਕਰਨ ਦੀ ਜ਼ਰੂਰਤ ਹੈ। At both places, ma'am, at both places, at a curriculum level and then the transaction of the curriculum. The both places need a proper implementation and planning. In the planning of the curriculum, then in the transaction of the curriculum, and third one is the evaluation of the outcomes of the curriculum. These three things should be well synchronized. The planning part, the theoretical part, then the transactional part, then the evaluation part. So now we have only 2 minutes. Kindly, sorry. Yeah, okay. Since Dr. Garcha has to go for another meeting, so it's my privilege to have been asked to propose a vote of thanks to our young, admirable resource person, Principal Pargat Singh Garcha. He's the principal of GHG Khalsa College of Education, Guru Sir Sadhar. I, on behalf of the DDO principal, college DDO principal, Dr. Paramjit Singh Garewal, principal, vice principal, Dr. Rakesh Kumar, member of the senior staff council, member of NAC IQAC team, and all the faculty members, extend a very hearty vote of thanks to Principal Garcha for sparing his valuable time and sharing with us very beautifully, stepwise. In very simple words, he has explained stepwise designing of effective lessons as per Bloom's revised taxonomy. That was a new thing for me, at least. I didn't know that. And Dale's cone of experience. It's such a beautiful science. Even college teacher must learn all these things. So it was a very, very informative and enlightening interaction with you, sir.
We are really grateful to you. Kindly acknowledge our best wishes for a very bright and fulfilling academic career. You are quite young and you are quite dynamic. You are my Facebook friend also. I keep on seeing you. You are achieving greater heights. I also take this opportunity to place on record our sincere thanks to our worthy DDO principal, Paramjit Singh sir, and Vice Principal, Dr. Rakesh Kumar, for their inspiration as well as guidance to organize this wonderful informative session. My special thanks to Naveen ji for the technical support. I would also like to express my sincere thanks to Dr. Preetam Kaur, Coordinator IQAC Cell of the college, and Dr. Jaspreet Kaur, Co-Coordinator, and all the members of NAC IQAC team and all the faculty members. Thank you very much, Principal Garcha ji. बहुत बहुत शुक्रिया ਤੁਸੀਂ ਸਮਾਂ ਕੱਢਿਆ। ਹੁਣ ਤੁਹਾਡੀ ਅਗਲੀ ਮੀਟਿੰਗ ਹੈਗੀ ਹੈ। ਪੂਰੀ GCG ਫਰੈਟਰਨਿਟੀ ਵੱਲੋਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। Thank you so much. Thank you very much, sir. So Thank you nice so of you. It is So nice nice, sir. Thank you. experience to interact with all of you. I am very happy to be here. Thank you very much. Sir, we are hoping for further more sessions with you. Thank you, ma'am. Always welcome. I will be at your disposal at any time. Thank you very much. Thank you very much. Okay जी, bye bye. Thank you. Dear colleagues, ਗਰਚਾ ਸਰ ਲੀਵ ਕਰ ਰਹੇ, ਬਾਕੀ ਡੀਅਰ ਕੋਲੀਗਸ ਤੁਸੀਂ ਅਜੇ ਲੀਵ ਨਾ ਕਰਨਾ। ਬਹੁਤ ਜ਼ਰੂਰੀ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਹਨ। ਆਈ ਹੋਪ ਕੋਈ ਲੀਵ ਨਾ ਕੀਤਾ ਹੋਏ। ਇੱਕ ਤਾਂ ਹੈ ਕਿ ਵੀ ਆਪਾਂ ਹੁਣ ਕੁਐਸਚਨਸ ਆਪਣੇ ਅੱਗੇ ਬਹੁਤ ਵੱਡੇ ਅੱਗੋਂ ਆ ਰਹੇ ਹਨ ਕਿ ਅੱਗੇ ਆਉਣ ਵਾਲੀ ਕੰਡੀਸ਼ਨਸ 'ਚ ਜੇ ਅਸੀਂ ਸਮਝ ਰਹੇ ਹਾਂ ਕਿ ਇਹ ਸਾਡਾ ਇਸ ਤਰ੍ਹਾਂ ਕਰਕੇ ਆਫਲਾਈਨ ਜਿਹੜੀ ਅਸੀਂ ਕਲਾਸਰੂਮ ਟੀਚਿੰਗ ਕਰਾਂਗੇ, ਇਹ ਬਲੈਂਡਿੰਗ ਰੂਪ ਹੀ ਰਹਿਣਾ ਹੈ। ਤੇ ਹੁਣ ਤੁਹਾਡੇ ਮਨ 'ਚ ਜੇ ਕੁਐਸਚਨਸ ਕੋਈ ਆਉਂਦੇ ਹੈ, ਆਪਾਂ ਇਸ ਫੋਰਮ ਤੇ ਡਿਸਕਸ ਕਰ ਸਕਦੇ ਹਾਂ ਤਾਂ ਕਿ ਫਰਦਰ ਟ੍ਰੇਨਿੰਗ ਦੀ ਅਸੀਂ ਪਲੈਨਿੰਗ ਉਸ ਅਕੋਰਡਿੰਗਲੀ ਕਰ ਸਕੀਏ। ਤੇ ਕਿਸੇ ਦੇ ਮਨ 'ਚ ਕੋਈ ਵੀ ਡਿਸਕਸ਼ਨ ਵਾਸਤੇ ਆਪਾਂ 10 ਮਿੰਟ ਦਾ ਆਪਾਂ ਲੈ ਲਈਏ, 10-15 ਮਿੰਟ ਦਾ ਫੋਰਮ ਦੇ ਉੱਪਰ ਡਿਸਕਸ਼ਨ। ਔਰ ਕੀ ਜਿਹੜਾ ਹੁਣ ਸਰ ਨੇ ਆਪਾਂ ਨੂੰ ਚੀਜ਼ ਦੱਸੀ ਹੈ, ਹਜੇ ਇਹਦੇ ਕਿੰਨੇ ਅੱਗੇ ਪਾਰਟਸ ਹੋਏ ਹੈ ਕਿ ਲਾਈਕ ਫॉर ਐਗਜ਼ਾਮਪਲ ਕੋਲੈਬੋਰੇਟਿਵ ਥਿੰਕਿੰਗ, ਕੋਆਪਰੇਟਿਵ ਥਿੰਕਿੰਗ 'ਚ ਤੁਸੀਂ ਕਿਵੇਂ ਥਿੰਕ ਪੇਅਰ ਸ਼ੇਅਰ ਮੈਥਡ ਯੂਜ਼ ਕਰ ਸਕਦੇ ਹੋ। ਫॉर ਐਗਜ਼ਾਮਪਲ 4 ਕਾਰਨਰਸ ਨੂੰ ਯੂਜ਼ ਕਰ ਸਕਦੇ ਹੋ, ਜੋ ਸਾਡੇ ਇਸ ਦੇ ਵਿੱਚ ਇਹ ਚੀਜ਼ ਬਹੁਤ ਫਾਇਦੇਮੰਦ ਰਹੇਗੀ। ਇਸ ਦੇ ਵਿੱਚ ਅਸੀਂ ਸਰ ਨੂੰ ਫਿਰ ਤੋਂ ਅਸੀਂ ਦੁਬਾਰਾ ਤੋਂ ਬੁਲਾ ਸਕਦੇ ਹਾਂ। ਔਰ ਕੋਈ ਹੋਰ ਤੁਹਾਡੇ ਮਾਈਂਡ 'ਚ ਆਉਂਦਾ ਕਿ ਤੁਸੀਂ ਕੋਈ ਚੀਜ਼ ਸਿੱਖਣਾ ਚਾਹੁੰਦੇ ਹੋ ਤਾਂ ਕਿ ਅਸੀਂ ਉਸ ਟਾਈਪ ਦੇ ਰਿਸੋਰਸ ਪਰਸਨ ਨੂੰ ਅਸੀਂ ਰਿਕੁਐਸਟ ਕਰ ਸਕੀਏ। Madam Preetam, shall I unmute everyone for the moment so that they can ask any question? ਜੀ 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 ਬਿਲਕੁਲ। ਹੁਣ ਆਪਾਂ ਆਪਸ ਵਿੱਚ ਡਿਸਕਸ਼ਨ ਤਾਂ ਕਰ ਹੀ ਸਕਦੇ ਹਾਂ, ਹੁਣ ਕੋਈ ਪੰਗਾ ਨਹੀਂ ਹੈ। Yes, everyone is unmuted. ਤੁਸੀਂ ਮਿਊਟ ਲੀਵ ਕੀਤੀ ਹੈ ਮੀਟਿੰਗ? So everyone is unmuted. ਹਾਂ ਪਲੀਜ਼ Go on. ਹੁਣ ਆਪਣੇ ਸ਼ੇਅਰ ਕਰੋ ਥਾਟਸ। Anybody who wants to give his or her opinion, please. And we see four. ਤੁਸੀਂ ਬੋਲ ਸਕਦੇ ਹੋ, ਕੁਝ ਬੋਲਣਾ ਬੋਲ ਸਕਦੇ ਸਪੀਕ ਦੇ ਵਿੱਚ। ਨਹੀਂ ਬੋਲਣਾ। ਹਾਂ ਜੀ, ਆਪਣਾ ਨਾਮ ਦੱਸ ਦੇਣਾ ਕਿ ਕੌਣ ਬੋਲਣਾ ਚਾਹੁੰਦੇ, ਕਿਉਂਕਿ ਪਿੱਛੋਂ ਬੈਕਗ੍ਰਾਉਂਡ ਤੋਂ ਇੰਨੀਆਂ ਆਵਾਜ਼ਾਂ ਆਉਂਦੀਆਂ, ਹੋ ਸਕਦਾ ਸਾਨੂੰ ਨਾ ਪਤਾ ਲੱਗੇ। ਆਪਣਾ ਨਾਮ ਬੋਲ ਕੇ ਤਾਂ ਕਿ ਅਸੀਂ ਅਲਰਟ ਹੋ ਜਾਈਏ। All the participants are unmuted. ਆਪਣੇ ਆਪ ਨੂੰ ਹੁਣ ਤੁਸੀਂ unmute ਵੀ ਕਰ ਸਕਦੇ ਹੋ। I have unmuted at my end. ਹੁਣ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਲਓ। ਕਿਸੇ ਦੇ ਮਨ 'ਚ ਕੁਝ ਵੀ ਕੁਐਸਚਨ